ਧੰਨਵਾਦ ਜੀ। So Roots has jointly organized this event with KC School of Management and Computer Applications. And today we have with us our guest speaker, Dr. Dipali Gul, MD, Psychiatry, Punjab Institute of Medical Sciences, Jalandhar. Mr. Akashdeep Singh, he is President Roots. Mr. Ankush Nijhawan, Principal, KC School of Management and Computer Applications. And yes, we do have Raminderjeet Kaur Thakkar with us. मैम ने काफी सहयोग दिता है आज दे इस प्रोग्राम ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ। it would not have been possible without her ਕਿ ਇਹ ਜਿਹੜਾ ਕੋਲੈਬੋਰੇਸ਼ਨ ਹੈ ਉਹਨਾਂ ਦੇ ਕਰਕੇ ਪੋਸੀਬਲ ਹੋਇਆ ਹੈ। So my heartiest welcome from to all the dignitaries जो present है आज। And yes, ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਹੈ International Day against drug abuse and illicit trafficking. So ਜੇ ਗੱਲ ਕਰੀਏ drug abuse ਦੀ ਜਾਂ drugs ਦੇ ਬਾਰੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਯੂਥ ਜਿਹੜਾ ਹੈ ਉਹ ਨਸ਼ੇ ਵੱਲ ਵੱਧ ਚੁੱਕਾ ਹੋਇਆ ਹੈ ਔਰ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹੈ drugs ਦੀ ਗਿਰਫਤ ਦੇ ਵਿੱਚ ਆ ਕੇ। ਸੋ अगर तुसी पार्टिसिपेंट्स दी लिस्ट देखी होएगी तो बॉयज दे नाल फीमेल जेड़े है गर्ल्स दी तादाद भी काफी है। मैं सोचदी हां कि इना दा नाल होना भी बहुत जरूरी सीगा जस्ट बिकॉज फैमिलीज दे विच जदों पता चलदा है कि एक बच्चा जेड़ा वो नशे दी गिरफ्त दे विच है तो उन्ना एक बड़ा नफरत भरिया विहार जेड़ा वो शुरू हो जांदा है। ओनू जल्दी तो जल्दी रिहैबिलिटेशन सेंटर दे विच भेज दिता जांदा है एंड देन उथों फिर ओदी कोई खबरसार ऐ सच लई नहीं जाती। तो मैनू लगता है कि इमोशनल सपोर्ट जिहड़ी है वो बहुत जरूरी है फैमिली दे एंड ते प्रोवाइड करना और वो सारा कुछ जिहड़ा है वो तां ही पॉसिबल है जे घरां दे विच महिलावां जिहड़ियां है वो सचेत होणगियां और वो इस चीज नू बखूबी जानदियां होणगियां। सो अवेयरनेस सारे एंड ते ही बहुत जरूरी है। सो होर ज्यादा समा ना लेंदे हुए मैं हुन नाउ I request Mr. Akashdeep Singh, President Roots, to welcome our guest speaker and other dignitaries and to give introductory remarks. Over to you, sir. Yeah, please unmute yourself. हाँ जी सर, you are. सत श्री अकाल जी साਰਿਆਂ ਨੂੰ जी ऑडिबल हो। सत श्री अकाल जी। जी आਇਆਂ ਨੂੰ मैम डॉक्टर दीपाली गुल जी ਤੁਹਾਡਾ बहुत स्वागत है एंड शुक्रगुजार ਹਾਂ ਤੁਹਾਡਾ ਖਾਸ ਤੌਰ ਤੇ ਕਿ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਦੀ ਤੁਸੀਂ ਸਾਡੇ ਵਾਸਤੇ ਔਰ ਸਾਡੇ ਜਿਹੜੇ ਸਾਡੇ ਕੋਲ ਵਿਊਅਰਸ ਨੇ ਸਾਡੇ ਅੱਜ ਨਾਲ ਸਾਡੇ ਨਾਲ ਜੁੜੇ ਹੋਏ ਉਹਨਾਂ ਵਾਸਤੇ ਤੁਸੀਂ ਸਮਾਂ ਕੱਢਿਆ ਔਰ ਮੈਂ ਸੋਚਦਾ ਕਿ ਜੇ ਤੁਸੀਂ ਸਾਡੀ ਇਸ ਐਫਰਟ ਨੂੰ ਸਮਝਦੇ ਹੋਏ ਜੁਆਇਨ ਕੀਤਾ ਤਾਂ ਤੁਸੀਂ ਵਾਕਈ ਚ ਤੁਹਾਡਾ ਐਕਸਪੀਰੀਅੰਸ ਵੀ ਔਰ ਇਸ ਫੀਲਡ ਦੇ ਵਿੱਚ ਲਾਈਕ ਪੰਜਾਬ ਜੋ ਨਸ਼ੇ ਦੀ ਹਾਲਤ ਦੇ ਵਿੱਚ ਕਿੱਥੋਂ ਤੱਕ ਪਹੁੰਚ ਚੁੱਕਿਆ ਤਾਂ ਤੁਹਾਡੀਆਂ ਜਿਹੜੀਆਂ ਸੇਵਾਵਾਂ ਨੇ ਉਹ ਮੈਨੂੰ ਲੱਗਦਾ ਕਿ ਜ਼ਰੂਰ ਲੋਕਾਂ ਦੇ ਕੰਮ ਆਉਂਦੀਆਂ ਹੋਣਗੀਆਂ ਔਰ ਅੱਜ ਵੀ ਅਸੀਂ ਬਹੁਤ ਕੁਝ ਤੁਹਾਡੇ ਕੋਲ ਸਿੱਖ ਕੇ ਜਾਵਾਂਗੇ। ਨਾਲ ਦੀ ਨਾਲ ਮੈਂ ਜੀਆਂ ਨੂੰ ਕਹਿਣਾ ਚਾਹਾਂਗਾ ਅੰਕੁਸ਼ ਜੀ ਨੂੰ ਜੋ ਕਿ ਕਾਲਜ ਦੇ और सर ਤੁਹਾਡਾ ਵੀ ਬਹੁਤ ਸਵਾਗਤ ਹੈ ਔਰ ਬਹੁਤ ਮੈਂ ਸਮਝਦਾ ਕਿ ਹਮ ਖਿਆਲੀ ਲੋਕ ਜਿਹੜੇ ਨੇ ਉਹ ਜਦੋਂ ਚੱਲਦੇ ਨੇ ਹਨਾ ਕਿਸੇ ਡਾਇਰੈਕਸ਼ਨ ਦੇ ਵਿੱਚ ਤੇ ਹੌਲੀ ਹੌਲੀ ਫਿਰ ਕਾਫਲਾ ਬਣਨਾ ਸ਼ੁਰੂ ਹੋ ਹੀ ਜਾਂਦਾ ਹੈ। ਤਾਂ ਮੈਂ ਸੋਚਦਾ ਸਾਡੀ ਸ਼ੁਰੂਆਤ ਹੈ ਅਸੀਂ ਅੱਜ ਜੁੜ ਬੈਠੇ ਹਾਂ ਇੱਥੇ तो ਅਸੀਂ ਬਹੁਤ ਵੱਡਾ ਕਾਫਲਾ ਲੈ ਕੇ ਚੱਲਾਂਗੇ ਔਰ ਪੰਜਾਬ ਦੀ ਜਵਾਨੀ ਔਰ ਪੰਜਾਬ ਦਾ ਫਿਊਚਰ ਚਾਹੇ ਉਹਦੇ ਕੋਈ ਵੀ ਕਾਰਨ ਨੇ ਤੇ ਉਹ ਜੋ ਅੱਜ ਦਾਅ ਤੇ ਲੱਗਾ ਹੋਇਆ ਅੱਜ ਖਤਰੇ ਦੇ ਜ਼ੋਨ ਦੇ ਵਿੱਚ ਹੈ तो ਅਸੀਂ ਜ਼ਰੂਰ ਆਪਣੇ ਯੂਥ ਨੂੰ ਵਧੀਆ ਸੇਧ ਦੇ ਕੇ ਤੇ ਖੁਸ਼ਹਾਲ ਫਿਊਚਰ ਜਿਹੜਾ ਆ ਸਾਡਾ ਸਮਾਜ ਜਿਹੜਾ ਇੱਕ ਖੁਸ਼ਹਾਲ ਸਮਾਜ ਜਿਹੜਾ ਅਸੀਂ ਸਿਰ ਸਕਾਂਗੇ। तो मैं क्योंकि ਬੱਚੇ ਜਿਹੜੇ ਇਸ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਗਿਰਫਤ ਜਿਹੜੇ ਆ ਜਾਂਦੇ ਨੇ ਨਾ ਉਹ ਮੈਂ ਸੋਚਦਾ ਕਿ ਉਹਨਾਂ ਨੂੰ ਇਮੋਸ਼ਨਲੀ ਜਿਹੜੀ ਸਪੋਰਟ ਹੈ ਨਾ ਉਹ ਜ਼ਰੂਰ ਕਿਤੋਂ ਨਾ ਕਿਤੋਂ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਚਾਹੇ ਉਹ ਮੈਂ ਸੋਚਦਾ ਕਿ ਧਰਮ ਜਿਹੜਾ ਆ ਜਿਸ ਵੀ ਬੰਦੇ ਦਾ ਜਿਸ ਵੀ ਰਿਲੀਜਨ ਨੂੰ ਬਿਲੋਂਗ ਕਰਦਾ ਉਸ ਰਿਲੀਜਨ ਦੇ ਵਿੱਚੋਂ ਉਹਨੂੰ ਸਪੋਰਟ ਮਿਲੇ
ਚਾਹੇ ਉਹਨੂੰ ਘਰ ਤੋਂ ਸਪੋਰਟ ਮਿਲੇ, ਚਾਹੇ ਉਹਦੇ ਦੋਸਤ ਹੋਣ, ਚਾਹੇ ਉਹਦੇ ਟੀਚਰਸ ਹੋਣ, ਹਨਾ, ਚਾਹੇ ਉਹ ਕੋਈ ਕਿਸੇ ਅੱਛੇ ਬੁਲਾਰੇ ਨੂੰ ਸੁਣਦਾ ਹੀ ਹੋਵੇ, ਕੋਈ ਰੋਲ ਮਾਡਲ ਉਹਦੇ ਵਿੱਚ ਉਹਨੇ ਆਪਣੀ ਲਾਈਫ 'ਚ ਬਣਾਇਆ ਹੋਵੇ, ਤਾਂ ਸਾਨੂੰ ਉਹਨਾਂ ਨੂੰ ਇਸ ਤਰ੍ਹਾਂ ਦੀ ਇਮੋਸ਼ਨਲ ਸਪੋਰਟ ਦੀ ਜ਼ਿਆਦਾ ਲੋੜ ਹੁੰਦੀ ਹੈ। ਤਾਂ ਮੈਂ ਸੋਚਦਾ ਕਿ ਗੁਰਬਾਣੀ ਤੋਂ ਵੱਡੀ ਸਪੋਰਟ ਕਿਹੜੀ ਹੋ ਸਕਦੀ ਹੈ ਨਾ ਸਾਨੂੰ। ਤੋ ਗੁਰਬਾਣੀ ਤੇ ਤੁਹਾਡੇ ਅੰਦਰ ਮੀਨਸ ਨਾ ਜਿਵੇਂ ਬਾਬਾ ਜੀ ਕਹਿੰਦੇ ਵੀ ਚਿੜੀਆਂ ਨਾਲ ਬਾਜ਼ ਲਾਉਣ ਵਾਲੀ ਗੱਲ ਹੈ ਨਾ, ਵੀ ਜਿਹੜੇ ਬੰਦੇ ਬਿਲਕੁਲ ਹੀ ਨਿਮਾਣੇ ਨਿਤਾਣੇ ਸੀਗੇ, ਉਹਨਾਂ ਦੇ ਵਿੱਚ ਉਹਨਾਂ ਨੇ ਇੰਨਾ ਇੰਥੂਜ਼ੀਆਜ਼ਮ, ਇੰਨਾ ਜੋਸ਼, ਇੰਨੀ ਸੂਝ ਜਿਹੜੀ ਆ ਉਹਨਾਂ ਨੇ ਬਾਬਾ ਜੀ ਨੇ, ਗੁਰੂ ਸਾਹਿਬ ਨੇ ਭਰੀ ਹੈ। ਤੋ ਬਾਣੀ ਦੀ ਇੱਕ ਲਾਈਨ ਮੈਨੂੰ ਯਾਦ ਆ ਰਹੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਹੈ ਨਾ। ਤੋ ਤੁਸੀਂ ਦੇਖੋ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਯਾਦ ਕਰਾਇਆ, ਇਹ ਚਿਤਾਰਿਆ ਹੈ ਕਿ ਅਸੀਂ ਉਹਦੀ ਜੋਤ ਆ, ਜਿਹੜੀ ਸਾਰੇ ਵਿਸ਼ਵ ਦੇ ਵਿੱਚ, ਸਾਰੇ ਬ੍ਰਹਿਮੰਡ ਦੇ ਵਿੱਚ ਜਿਹੜੀ ਜੋਤ ਪਸਰੀ ਹੋਈ ਹੈ, ਅਸੀਂ ਵੀ ਉਹਦਾ ਹਿੱਸਾ ਹੈਗੇ ਹਾਂ। ਤੇ ਸਾਨੂੰ ਆਪਣੇ ਸੁਚੇਤ ਮਨ ਦੇ ਰਾਹੀਂ ਆਪਣੇ ਆਪ ਦੀ ਪਛਾਣ ਕਰਨੀ ਚਾਹੀਦੀ ਹੈ। ਸਾਡੀਆਂ ਐਬਿਲਿਟੀਜ਼ ਕੀ ਨੇ, ਸਾਡੀਆਂ ਐਫੀਸ਼ੀਐਂਸੀਜ਼ ਕੀ ਨੇ, ਸਾਡੇ 'ਚ ਗੁਣ ਕਿਹੜੇ ਨੇ, ਅਸੀਂ ਕੀ ਕੁਝ ਕਰ ਸਕਦੇ ਹਾਂ ਵਧੀਆ ਪੋਜ਼ਿਟਿਵ ਜਿਹੜਾ ਆ ਨੇਚਰ ਵਾਸਤੇ ਜਾਂ ਸੁਸਾਇਟੀ ਵਾਸਤੇ, ਹੈ ਨਾ। ਸਾਨੂੰ ਆਪਣੇ ਆਪ ਨੂੰ ਪਛਾਣਨਾ ਚਾਹੀਦਾ ਹੈ ਨਾ। ਬੰਦੇ ਖੋਜ ਦਿਲ ਹਰ ਰੋਜ਼, ਹੈ ਨਾ, ਕਬੀਰ ਸਾਹਿਬ ਦੀ ਜਿਹੜੀ ਲਾਈਨ ਆਉਂਦੀ ਹੈ ਗੁਰਬਾਣੀ ਦੇ ਵਿੱਚ, ਵੀ ਤੂੰ ਬੰਦੇ ਆਪਣਾ ਮਨ ਰੋਜ਼, ਦਿਲ ਨੂੰ ਰੋਜ਼ ਖੋਜ, ਹੈ ਨਾ, ਤੇ ਨਾ ਫਿਰ ਪਰੇਸ਼ਾਨੀ ਮਾਹੇ। ਜੇ ਤੂੰ ਆਪਣੀਆਂ ਐਬਿਲਿਟੀ ਨੂੰ, ਆਪਣੇ ਅੰਦਰ ਦੇ ਗੁਣਾਂ ਨੂੰ ਪਛਾਣੇਗਾ ਤੇ ਫਿਰ ਤੈਨੂੰ ਪਰੇਸ਼ਾਨੀਆਂ ਤੇ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ, ਹੈ ਨਾ। ਤੇ ਇੱਕ ਥਾਂ ਤੇ ਹੋਰ ਸਾਨੂੰ ਲਿਖਿਆ ਮਿਲਦਾ, ਜੋ ਬ੍ਰਹਮੰਡੇ ਸੋਈ ਪਿੰਡੇ। ਪਿੰਡਾ ਆਪਾਂ ਇਹਨੂੰ, ਸਰੀਰ ਨੂੰ, ਬਾਡੀ ਨੂੰ ਪਿੰਡਾ ਕਹਿੰਦੇ ਹਾਂ ਨਾ, ਪੰਜਾਬੀ ਦੇ ਵਿੱਚ ਪਿੰਡਾ ਵੀ ਕਹਿੰਦੇ ਹਾਂ। ਤੋ ਕਲੀਅਰ ਬਾਬਾ ਜੀ ਨੇ ਸਾਨੂੰ ਸਾਡੇ ਅੰਦਰ ਦੀ ਸਟਰੈਂਥ ਤੋਂ ਜਾਣੂ ਕਰਵਾਉਣ ਵਾਸਤੇ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ, ਜਿਹਦੇ ਤੋਂ ਸਾਨੂੰ ਸਮਝ ਆਉਂਦੀ ਹੈ ਕਿ ਜੋ ਬਾਹਰ ਬ੍ਰਹਿਮੰਡ 'ਚ ਪਸਾਰਾ ਪਸਰਿਆ ਹੋਇਆ, ਉਹੋ ਹੀ ਪਸਾਰਾ ਮੇਰੇ ਅੰਦਰ ਵੀ ਹੈ, ਮੇਰੇ ਪਿੰਡ ਵਿੱਚ ਵੀ ਹੈ। ਤੋ ਮੈਂ ਆਪਣੇ ਇਮੋਸ਼ਨਸ ਨੂੰ, ਆਪਣੀਆਂ ਜਿਹੜੀਆਂ ਜਿਗਿਆਸਾਵਾਂ ਨੇ, ਜਾਂ ਆਪਣੇ ਜਿਹੜੇ ਹੈ ਨਾ ਜਿਹੜੇ ਇੰਟਰਸਟਸ ਨੇ, ਹੈ ਨਾ, ਉਹਨਾਂ ਨੂੰ ਇੰਨਾ ਸੁਧਰਿਆ ਹੋਇਆ ਬਣਾਵਾਂ, ਆਪਣੇ ਇੰਨਾ ਸਟਰੋਂਗ ਬਣਾਵਾਂ ਕਿ ਜਿਹੜੀਆਂ ਇਹ ਨਸ਼ੇ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਉਹ ਮੇਰੇ ਰਸਤੇ ਦੇ ਵਿੱਚ ਰੁਕਾਵਟ ਨਾ ਬਣਨ, ਹੈ ਨਾ। ਤੋ ਜੇ ਆਪਾਂ ਗੱਲ ਕਰੀਏ ਕਿ ਨਸ਼ੇ ਦੇ ਵਾਸਤੇ ਸਾਨੂੰ ਗੁਰਬਾਣੀ ਚੋਂ ਕੀ ਸੇਧ ਮਿਲਦੀ ਹੈ, ਨਸ਼ੇ ਬਾਰੇ ਸਾਨੂੰ ਕਿਵੇਂ ਗੁਰੂ ਸਾਹਿਬ ਵਰਤਦੇ ਨੇ, ਤੇ ਉਹ ਕਲੀਅਰ ਲਿਖਿਆ ਹੋਇਆ, ਸਾਰਿਆਂ ਨੂੰ ਸਮਝ ਆਉਣ ਵਾਲੀ ਗੱਲ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀ ਹੈ, ਮਨ ਮਹਿ ਚਲੇ ਵਿਕਾਰ। ਸਾਨੂੰ ਸਮਝਾਉਂਦੇ ਨੇ ਗੁਰੂ ਸਾਹਿਬ ਕਿ ਉਹੋ ਜਿਹਾ ਖਾਣਾ ਤੁਸੀਂ ਨਾ ਖਾਓ, ਉਹੋ ਜਿਹੀ ਖਾਣ ਵਾਲੀ ਚੀਜ਼ ਤੁਸੀਂ ਨਾ ਖਾਓ ਜਿਹਦੇ ਖਾਣ ਦੇ ਨਾਲ ਤਨ ਜਿਹੜਾ ਹੈ, ਜਿਹੜੀ ਸਰੀਰ ਹੈ, ਉਹ ਪੀੜ ਦੇ ਨਾਲ ਗ੍ਰਸਿਆ ਜਾਂਦਾ, ਉਹਦੇ 'ਚ ਰੋਗ ਆ ਜਾਂਦੇ ਨੇ, ਹੈ ਨਾ। ਉਹਨੂੰ ਤੁਸੀਂ ਉਹਨੂੰ ਨਾ ਸੇਵਨ ਕਰੋ ਉਹਦਾ, ਠੀਕ ਹੈ ਜੀ। ਤੇ ਨਾ ਸਿਰਫ ਸਰੀਰ ਨੂੰ ਹੀ ਰੋਗ ਲੱਗਦੇ ਨੇ, ਮਨ ਜਿਹੜਾ ਆ, ਮਾਈਂਡ ਸਾਡਾ, ਉਹ ਵੀ ਵਿਕਾਰੀ ਹੋ ਜਾਂਦਾ, ਉਹ ਵੀ ਕਰਪਟ ਹੋ ਜਾਂਦਾ। ਤੋ ਸਿੱਧੀ ਸਿੱਖਿਆ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ। ਜੇ ਅਸੀਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਹੜਾ ਨਾ ਛੋਟੀ ਲੀਕ ਦਾ ਅਸਰ ਜੇ ਖਤਮ ਕਰਨਾ ਹੈ ਨਾ, ਜੇ ਤੁਸੀਂ ਉਹਨੂੰ ਨਹੀਂ ਮਿਟੇ ਸਕਦੇ, ਜੇ ਤੁਸੀਂ ਉਹਨੂੰ ਇਰੇਜ਼ ਨਹੀਂ ਕਰ ਸਕਦੇ ਕਿਸੇ ਛੋਟੀ ਲੀਕ ਦੇ ਅਸਰ ਨੂੰ, ਤੇ ਉਹਦੇ ਸਾਹਮਣੇ ਇੱਕ ਵੱਡੀ ਲੀਕ ਖਿੱਚ ਦਿੱਤੀ ਜਾਵੇ। ਤਾਂ ਮੈਂ ਸੋਚਦਾ ਗੁਰਬਾਣੀ ਇੱਕ ਬਹੁਤ ਵੱਡੀ ਲੀਕ ਹੈ। ਸਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ, ਚਾਹੇ ਉਹਨਾਂ ਨੂੰ ਅਸੀਂ ਨਹੀਂ ਵੀ ਡਿਲੀਟ ਕਰ ਸਕਦੇ, ਇਰੇਜ਼ ਕਰ ਸਕਦੇ, ਪਰ ਜਦੋਂ ਅਸੀਂ ਗੁਰਬਾਣੀ ਵਾਲੇ ਪਾਸੇ ਚੱਲ ਪੈਂਦੇ ਹਾਂ ਤੇ ਸਾਨੂੰ ਸਪੋਰਟ ਬਹੁਤ ਮਿਲਦੀ ਹੈ। ਸਾਡਾ ਮਾਈਂਡ ਜਿਹੜਾ ਆ ਉਹ ਬੜਾ ਸਟਰੋਂਗ ਹੋ ਜਾਂਦਾ। ਤੋ ਸਾਨੂੰ ਇਹੋ ਜਿਹੀਆਂ ਸਿੱਖਿਆਵਾਂ ਜਿਹੜੀਆਂ ਨੇ, ਉਹ ਸੇਧ ਜਿਹੜੀ ਆ ਗੁਰਬਾਣੀ ਤੋਂ ਮਿਲਦੀ ਹੈ। ਤੋ ਮੈਂ ਇਹੋ ਹੀ ਸਾਰੇ ਬੱਚਿਆਂ ਨੂੰ, ਜਿਹੜੇ ਇਸ ਅੱਜ ਦੇ ਵੈਬੀਨਾਰ ਨੂੰ ਸੁਣ ਰਹੇ ਨੇ ਸਾਡੇ ਜ਼ੂਮ ਪਲੇਟਫਾਰਮ ਦੇ ਉੱਪਰ, ਜਾਂ ਜਿਹੜੇ ਫੇਸਬੁੱਕ ਦੇ ਉੱਪਰ ਲਾਈਵ ਦੇਖ ਰਹੇ ਨੇ, ਮੈਂ ਉਹਨਾਂ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਇਹ ਜਿਹੜੀ ਦੇਹੀ ਸਾਨੂੰ, ਕੰਚਨ ਦੇਹੀ ਗੁਰੂ ਸਾਹਿਬ ਨੇ ਇਹਨੂੰ ਕਿਹਾ, ਕੰਚਨ ਦੇਹੀ, ਸੋਨੇ ਦੀ ਦੇਹੀ ਸਾਨੂੰ ਮਿਲੀ ਹੈ ਨਾ। ਤੋ ਇਸ ਕੰਚਨ ਦੇਹੀ ਨੂੰ ਅਸੀਂ ਇੰਨਾ ਸੰਭਾਲ ਕੇ ਰੱਖੀਏ, ਮਾਈਂਡ ਨੂੰ ਵੀ ਨਾਲ, ਹੈ ਨਾ। ਤੇ ਉਹ ਅਸੀਂ ਜੋ ਕੁਝ ਵੀ ਸਾਨੂੰ ਲੱਗਦਾ ਪੋਜ਼ਿਟਿਵ ਡਾਇਰੈਕਸ਼ਨ ਦੀ, ਹੈ ਨਾ, ਜਿਹੜੀ ਸਮਾਜ ਦੇ ਵਿੱਚ ਕਿਸੇ ਪਾਸੋਂ ਨਿਗਾਰ ਆਇਆ ਪਿਆ ਅੱਜ ਕੱਲ੍ਹ, ਹੈ ਨਾ, ਤੇ ਉਹ ਅਸੀਂ ਰਲ ਕੇ ਸਹੀ ਤਰੀਕੇ ਦੇ ਨਾਲ, ਕਹਿੰਦੇ ਨਾ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਹੈ ਨਾ, ਦੁਬਿਧਾ ਦੂਰ ਕਰੋ ਲਿਵਲਾਏ। ਆਪਾਂ ਇਕੱਠੇ ਹੋ ਕੇ ਬੈਠੀਏ, ਸਿਰ ਜੋੜ ਕੇ ਸਲਾਹ ਮਸ਼ਵਰੇ ਕਰੀਏ, ਤੇ ਜਿਹੜੀਆਂ ਵੀ ਸਮੱਸਿਆਵਾਂ ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ 'ਚ ਹੈਗੀਆਂ ਨੇ, ਚਾਹੇ ਉਹ ਇਨਵਾਇਰਮੈਂਟ ਦੇ ਨਾਲ ਜੁੜੀਆਂ ਹੋਈਆਂ ਨੇ, ਚਾਹੇ ਉਹ ਸਮਾਜ ਦੇ ਨਾਲ ਜੁੜੀਆਂ ਹੋਈਆਂ ਨੇ, ਚਾਹੇ ਨਸ਼ੇ ਦੀ ਗੱਲ ਹੀ ਕਰ ਲਈਏ, ਹੈ ਨਾ। ਤੋ ਜਿੰਨੀਆਂ ਵੀ ਸਮੱਸਿਆਵਾਂ ਅਸੀਂ ਅੱਜ ਦੇ ਸਾਡੇ ਆਲੇ ਦੁਆਲੇ, ਹੈ ਨਾ, ਅਸੀਂ ਦੇਖਦੇ ਹਾਂ, ਤੋ
ਉਹਨਾਂ ਸਮੱਸਿਆਵਾਂ ਦਾ ਹੱਲ ਸਾਨੂੰ ਆਪ ਹੀ ਕਰਨਾ ਪੈਣਾ। ਦੂਸਰੇ ਗ੍ਰਹਿ ਦਾ ਬੰਦਾ, ਦੂਸਰੇ ਦੇਸ਼ ਦਾ ਬੰਦਾ, ਹਨਾ, ਦੂਸਰੀ ਸਟੇਟ ਦਾ ਬੰਦਾ ਆ ਕੇ ਸਾਡੀਆਂ ਲੋਕਲ ਸਮੱਸਿਆਵਾਂ ਨੂੰ ਹੱਲ ਨਹੀਂ ਕਰੇਗਾ ਉਹ, ਹਨਾ। ਤੋ ਸਾਨੂੰ ਸਾਰਿਆਂ ਨੂੰ ਸੁਚੇਤ ਰੂਪ ਵਿੱਚ ਇਕੱਠੇ ਹੋ ਕੇ, ਜੁੜ ਕੇ, ਔਰ ਇਹਨਾਂ ਸਮੱਸਿਆਵਾਂ ਦਾ ਹੱਲ ਅਸੀਂ ਕੱਢਾਂਗੇ। ਉਹ ਤਾਂ ਹੀ ਕੱਢ ਪਾਵਾਂਗੇ ਜੇ ਮੈਂ ਆਪਣੇ ਆਪ ਦੇ ਵਿੱਚ ਮੇਰੀ ਜਿਹੜੀ ਮੇਰੀ ਇੰਟੈਲੀਜੈਂਸ ਹੈ, ਹਨਾ, ਜਿਹੜਾ ਮੇਰਾ ਇੰਟੈਲੈਕਟ ਹੈ, ਉਹ ਜੇ ਕਾਇਮ ਹੈ ਤੇ ਜੇ ਮੈਂ ਨਸ਼ਿਆਂ ਦੇ ਸੇਵਨ ਦੇ ਵਿੱਚ ਚਲਾ ਜਾਵਾਂਗਾ ਤੇ ਮੇਰਾ ਇੰਟੈਲੈਕਟ, ਜਿਹੜੀ ਮੇਰੀ ਇੰਟੈਲੀਜੈਂਸ ਆ, ਉਹ ਕਾਇਮ ਨਹੀਂ ਰਹੇਗੀ। ਜਿਤ ਪੀਤਾ ਮਤ ਦੂਰ ਹੋਏ, ਜਿਹਦੇ ਪੀਣ ਦੇ ਨਾਲ, ਗੁਰਬਾਣੀ ਚ ਕਹਿੰਦੇ ਜਿਸ ਚੀਜ਼ ਦੇ ਪੀਣ ਦੇ ਨਾਲ ਤੇਰੀ ਬੁੱਧੀ ਤੇਰੇ ਤੋਂ ਦੂਰ ਹੋ ਜਾਂਦੀ ਹੈ, ਤੇਰੀ ਇੰਟੈਲੀਜੈਂਸ ਤੇਰੇ ਤੋਂ ਦੂਰ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਤੇ ਕੀ ਹੁੰਦਾ, ਸਾਰੀ ਇੰਟੈਲੀਜੈਂਸ ਹੀ ਜਾਣ ਦੇ ਨਾਲ ਕੀ ਹੁੰਦਾ, ਬੰਦਾ ਜਿਹੜਾ ਆ ਉਹ ਨਾਲੀਆਂ 'ਚ ਡਿੱਗਾ ਫਿਰਦਾ, ਸੜਕਾਂ ਤੇ ਡਿੱਗਾ ਫਿਰਦਾ, ਉਹਨੂੰ ਪਤਾ ਹੀ ਨਹੀਂ ਹੈ, ਹਨਾ। ਆਪਣਾ ਪਰਾਇਆ ਨਾ ਪਛਾਣ ਹੀ, ਨਸ਼ੇ ਦੇ ਵਿੱਚ ਨਾ ਨੂੰ ਆਪਣਿਆਂ ਦੀ ਤੇ ਨਾ ਪਰਾਇਆਂ ਦੀ ਪਛਾਣ ਰਹਿ ਜਾਂਦੀ ਹੈ। ਖਸਮੋਂ ਧੱਕਿਆ ਖਾਏ, ਹਾਂਜੀ। ਜਿਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪਿੱਛੇ। ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਜਿਹਦਾ ਐਸੇ ਨਸ਼ੇ ਜਿਨ੍ਹਾਂ ਦਾ ਅਸਰ ਥੋੜੇ ਚਿਰ ਵਾਸਤੇ ਰਹਿੰਦਾ, ਝੂਠਾ ਮਦ, ਉਹਨੂੰ ਝੂਠਾ ਮਦ ਕਿਹਾ, ਝੂਠਾ ਨਸ਼ਾ ਕਿਹਾ ਉਹਨੂੰ, ਜਿਹੜਾ 2-4 ਘੰਟੇ ਰਿਹਾ, ਇੱਕ ਰਾਤ ਰਿਹਾ ਤੇ ਅਗਲੇ ਦਿਨ ਫਿਰ ਖਤਮ ਹੋ ਗਿਆ। ਕਹਿੰਦੇ ਇਹੋ ਜਿਹਾ ਨਸ਼ਾ ਮੈਂ ਨਹੀਂ ਰਿਕਮੈਂਡ ਕਰਦਾ। ਝੂਠਾ ਮਦ ਮੂਲ ਨਾ ਪੀਚਈ, ਜੇਕਾ ਪਾਰ ਵਸਾਏ। ਜੇ ਤੁਸੀਂ ਪਾਰ ਪਹੁੰਚਣਾ, ਜੇ ਤੁਸੀਂ ਸਫਲ ਹੋਣਾ, ਜੇ ਤੁਸੀਂ ਸਕਸੈਸ ਨੂੰ ਅਚੀਵ ਕਰਨਾ, ਤੇ ਫਿਰ ਤੁਹਾਨੂੰ ਇਹੋ ਜਿਹੇ ਝੂਠੇ ਮਦ ਜਿਹੜੇ ਨੇ, ਨਸ਼ੇ ਜਿਹੜੇ, ਉਹਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਤੁਹਾਡਾ ਪੰਜਾਬ ਜਿਹੜਾ ਆ, ਇਹ ਪੰਜਾਬ ਦਾ ਯੂਥ ਜਿਹੜਾ ਕਿਸੇ ਟਾਈਮ ਤੇ, ਜੇ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਗੱਲ ਕਰਾਂ, ਤੇ ਉਹ ਲੋਕ ਸਾਡੇ ਸਟੇਟ ਦੇ ਵਿੱਚ ਆ ਕੇ ਮੀਨਸ ਪ੍ਰੈਫਰ ਕਰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਟੇਟ 'ਚ ਜਾ ਕੇ ਜਿਹੜੀਆਂ ਨੌਕਰੀਆਂ ਲਈਆਂ ਜਾਣ, ਕੰਮ ਕੀਤਾ ਜਾਵੇ, ਕੋਈ ਬਿਜ਼ਨਸ ਕੀਤਾ ਜਾਵੇ, ਹਨਾ। ਤੋ ਅਸੀਂ ਇੰਨੇ ਸਟਰੋਂਗ ਸੀਗੇ ਅਸੀਂ, ਹਨਾ, ਔਰ ਇੰਨਾ ਵਧੀਆ ਸੀਗਾ ਉਹ ਵਾਲਾ ਰਾਜ। ਤੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਉਹ ਸਾਰਾ ਕੁਛ ਹੀ ਗਵਾ ਲਿਆ ਹੋਇਆ। ਇੱਕ ਸਟਰੋਂਗ ਮਾਈਂਡ ਦੇ ਬਿਲਡ ਜਿਹੜਾ ਆ ਉਹ ਕੀਤਾ ਜਾਣਾ ਚਾਹੀਦਾ, ਜਿਹੜਾ ਸਾਡੇ ਸਾਰਿਆਂ ਦੇ ਐਫਰਟ ਨਾਲ ਅਸੀਂ ਇੱਕ ਜੁੜ ਕੇ, ਇੱਕ ਦੂਸਰੇ ਦਾ ਸਾਥ ਦੇ ਕੇ, ਮੈਂ ਸਮਝਦਾ ਕਿ ਅਸੀਂ ਉਹ ਚੀਜ਼ ਨੂੰ ਅਚੀਵ ਕਰ ਸਕਦੇ ਹਾਂ। ਤੇ ਬਾਕੀ ਤੁਹਾਨੂੰ ਡਿੱਗਣ ਵਾਸਤੇ, ਤੁਹਾਨੂੰ ਤਬਾਹ ਕਰਨ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਨੇ ਕੰਸਪੀਰੇਸੀਜ਼ ਮੈਂ ਕਹਾਂਗਾ, ਕਿਉਂਕਿ ਨਸ਼ਾ ਜਿਹੜਾ ਆ ਉਹ, ਜੇ ਇਕੱਲੇ ਨਸ਼ੇ ਦੀ ਗੱਲ ਹੀ ਆਪਾਂ ਕਰਨੀ ਹੈ, ਕਿੱਥੇ ਅਫਗਾਨਿਸਤਾਨ ਦੇ ਵਿੱਚ, ਜੇ ਮੈਂ ਐਗਜ਼ਾਮਪਲ ਲਵਾਂ ਵੀ, ਅਫੀਮ ਜਿਹੜੀ ਆ ਅਫਗਾਨਿਸਤਾਨ ਦੇ ਵਿੱਚ ਪੈਦਾ ਹੁੰਦੀ ਹੈ। ਅਫਗਾਨਿਸਤਾਨ ਤੋਂ ਚੱਲ ਕੇ ਪਾਕਿਸਤਾਨ ਤੋਂ ਪੰਜਾਬ ਬਾਰਡਰ ਤੇ, ਜਾਂ ਫਿਰ ਵਾਇਆ ਰਾਜਸਥਾਨ ਜਿਹੜੀ ਆ, ਜਾਂ ਜਿਹੜੀ ਉਹ ਹੈ ਹੈਰੋਇਨ, ਜਿਹਨੂੰ ਆਪਾਂ ਕਹਿੰਦੇ ਹਾਂ ਚਿੱਟਾ, ਜਿਹਦਾ ਨਾਮ ਬੜਾ ਫੇਮਸ, ਜਿਹਦੇ ਕਰਕੇ ਪੰਜਾਬ ਬਹੁਤ ਬਦਨਾਮ ਹੋਇਆ ਪੂਰੇ ਵਰਲਡ ਦੇ ਵਿੱਚ, ਚਿੱਟੇ ਦਾ ਸੇਵਨ, ਡਰੱਗਸ ਜਿਹੜੀਆਂ। ਤੋ ਉਹ ਜਿਹੜੀ ਚੀਜ਼ ਪੰਜਾਬ ਦੇ ਵਿੱਚ, ਪੰਜਾਬ ਦੇ ਯੂਥ ਨੂੰ ਮਿਲਦੀ ਪਈ ਆ, ਉਹ ਦੂਸਰੀਆਂ ਕੰਟਰੀਜ਼ ਤੋਂ ਕੰਸਪੀਰੇਸੀਜ਼ ਦੇ ਤਹਿਤ ਜਿਹੜੀ ਆ ਉਹ ਸਾਡੇ ਯੂਥ ਨੂੰ ਖਤਮ ਕਰਨ ਵਾਸਤੇ ਪਹੁੰਚਾਈ ਜਾ ਰਹੀ ਹੈ। ਐਂਡ ਉਹਦਾ ਚੈਨਲ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿਵੇਂ ਉਹ ਇੰਨੀ, ਕਿਉਂਕਿ ਜਿਹੜੇ ਬੰਦੇ ਨੂੰ ਇੱਕ ਵਾਰੀ ਉਹ ਲੱਤ ਲੱਗ ਜਾਂਦੀ ਹੈ ਨਾ, ਉਹਦੇ ਫਿਰ ਘਰ ਦਾ ਸਮਾਨ, ਭਾਂਡੇ ਟਿੰਡੇ ਸਭ ਵਿਕ ਜਾਂਦਾ। ਤੇ ਉਹ ਇੱਕ ਬਿਜ਼ਨਸ ਸਟ੍ਰੈਟਜੀ ਕੀ ਹੈ, ਹੁਣ ਜਦੋਂ ਦਾ ਸਾਰਾ ਕੁਝ ਵਿਕ ਗਿਆ, ਮੰਨ ਲਓ ਕੋਈ ਵੀ ਸ਼ਖਸ ਹੈ ਜਿਹੜਾ ਇਸ ਦੀ ਰਿਪੀਟ 'ਚ ਆਇਆ ਹੋਇਆ, ਜਦੋਂ ਉਹਦੇ ਕੋਲ ਨਾ ਪੈਸੇ ਰਹੇ ਤੇ ਨਾ ਪ੍ਰੋਪਰਟੀ ਰਹੀ, ਸਭ ਕੁਝ ਵਿਕ ਗਿਆ, ਤੇ ਉਦੋਂ ਉਹਦੀ ਜਿਹੜੀ ਨੀਡ ਹੈ ਉਹ ਕਿਵੇਂ ਪੂਰੀ ਹੁੰਦੀ ਹੈ। ਫਿਰ ਉਹਨੂੰ ਇੱਕ ਰਸਤਾ ਦਿਖਾਇਆ ਜਾਂਦਾ ਹੈ ਵੀ ਤੂੰ ਸਾਨੂੰ 10 ਬੰਦੇ, ਆ ਜਿਹੜੇ ਤੈਨੂੰ ਅਸੀਂ ਸਪਲਾਈ ਦਿੱਤੀ ਹੈ, ਇਹ 10 ਬੰਦਿਆਂ ਨੂੰ ਤੂੰ ਹੋਰ ਅੱਗੇ ਸਪਲਾਈ ਕਰ, ਠੀਕ ਹੈ, ਤੇ ਜਿਹੜੀ 11ਵੀਂ ਡੋਜ਼ ਹੋਏਗੀ ਉਹ ਤੈਨੂੰ ਅਸੀਂ ਫ੍ਰੀ ਦੇਵਾਂਗੇ, ਠੀਕ ਹੈ। ਹੁਣ ਉਹ ਬੰਦਾ ਆਪਣੀ ਨੀਡ ਨੂੰ ਪੂਰੀ ਕਰਨ ਵਾਸਤੇ ਹੋਰ ਸੁਸਾਇਟੀ 'ਚ ਆਪਣੇ ਯਾਰਾਂ ਦੋਸਤਾਂ ਨੂੰ, ਹਨਾ, ਮੁਹੱਲੇ 'ਚ ਕਲਾਸਮੇਟਸ, ਦੂਜੇ ਤੀਜੇ ਕਾਲਜ ਦੇ ਵਿੱਚ ਜਾਂ ਹੋਰ, ਸਰ ਕੁਝ ਟੈਕਨੀਕਲ ਇਸ਼ੂ ਲੱਗ ਰਿਹਾ, ਤੁਹਾਡੀ ਆਵਾਜ਼ ਹਾਂਜੀ ਕੱਟ ਗਈ ਸੀ। ਹਾਂਜੀ। ਤਾਂ ਮੈਂ ਕਹਿ ਰਿਹਾ ਸੀਗਾ ਕਿ ਜਿਹੜੀ ਇਹਦੇ ਪੈਰ ਪਸਰੇ ਨੇ ਨਸ਼ੇ ਦੇ, ਉਹ ਪਸਰਨ ਦਾ ਕਾਰਨ ਇਹ ਹੈ ਕਿ 10 ਬੰਦਿਆਂ ਨੂੰ ਉਹਨੇ ਅੱਗੇ ਹੋਰ ਸਪਲਾਈ ਕਰਨਾ ਤੇ 11ਵੀਂ ਡੋਜ਼ ਉਹਨੂੰ ਫ੍ਰੀ ਮਿਲਣੀ ਹੈ। ਉਸ ਤਰੀਕੇ ਦੇ ਨਾਲ ਜਿਹੜੇ 10 ਬੰਦੇ ਹੋਰ ਵੀ ਗ੍ਰਿਫਤ 'ਚ ਆ ਗਏ, ਇਹ ਇਸ ਤਰ੍ਹਾਂ ਦੀ ਚੇਨ ਬਣ ਜਾਂਦੀ ਹੈ। ਚੇਨ ਬਣਦੇ ਪੂਰੀ ਜਿਹੜੀ ਹੈ ਉਹ ਫੈਲ ਜਾਂਦੀ ਹੈ। ਐਂਡ ਤੁਸੀਂ ਇਹਦੇ ਪ੍ਰਾਈਸ ਦਾ ਜੇ ਮੰਨ ਲਓ ਹੈਰਾਨ ਹੋ ਜਾਓ ਤੁਸੀਂ ਸੁਣ ਕੇ ਵੀ 1 ਗ੍ਰਾਮ ਜਿਹੜਾ ਆ ਉਹ ਕਿੰਨਾ ਕਹਿੰਦਾ, 1 ਗ੍ਰਾਮ, ਹਨਾ, ਉਹ 1 ਗ੍ਰਾਮ ਜਿਹੜਾ ਆ
ਉਹ ਲਗਭਗ ਜੇ ਅਸੀਂ ਇੰਟੀਰੀਅਰ ਦੀ ਬਾਰਡਰ ਏਰੀਆ ਛੱਡ ਦਈਏ, ਇੰਟੀਰੀਅਰ ਦੀ ਗੱਲ ਕਰੀਏ ਤੇ ਉੱਥੇ 4-4 ਹਜ਼ਾਰ ਰੁਪਏ ਦਾ 1 ਗ੍ਰਾਮ ਦਾ ਚਿੱਟਾ ਵਿਕਦਾ ਪਿਆ। ਠੀਕ ਹੈ, ਤੁਸੀਂ ਹਿਸਾਬ ਲਾਓ ਵੀ ਉਹ ਚਿੱਟੇ ਦੀ 1 ਗ੍ਰਾਮ ਦੀ ਡੋਜ਼ ਕਿੰਨੀ ਦੇਰ ਚੱਲਣੀ ਹੈ। ਉਹ 4000 ਰੁਪਏ ਦੇਗਾ, ਕਿਵੇਂ ਉਹਦਾ ਘਰ ਤਬਾਹ ਹੋਣਾ, ਕਿਵੇਂ ਸਾਰੀ ਫਾਈਨਾਂਸ ਜਿਹੜੀ ਆ, ਪ੍ਰਾਪਰਟੀ ਜਿਹੜੀ ਹੈ ਘਰ ਦੀ ਖਤਮ ਹੋ ਜਾਣੀ ਹੈ, ਸਾਰੀ ਫੈਮਿਲੀ ਤਬਾਹ ਹੋ ਜਾਂਦੀ ਹੈ। ਤੇ ਅਲਟੀਮੇਟਲੀ ਉਹ ਬੰਦਾ ਜਿਹੜਾ ਇਸ ਚੀਜ਼ ਦੇ ਵਿੱਚ ਗ੍ਰਿਫਤ ਹੋਇਆ ਪਿਆ, ਉਹਦੀ ਮੌਤ ਨਿਸ਼ਚਿਤ ਹੈ। ਠੀਕ ਹੈ, ਤਾਂ ਮੈਂ ਇਹ ਗੱਲ ਤਾਂ ਮੈਂ ਜ਼ਿਕਰ ਕੀਤਾ। ਬਾਕੀ ਮੈਮ ਸਾਡੇ ਕੋਲ ਡਾਕਟਰ ਸਾਹਿਬ ਹੈਗੇ ਨੇ ਅੱਜ, ਉਹ ਤੁਹਾਡੇ ਨਾਲ ਜ਼ਿਆਦਾ ਡਿਟੇਲ 'ਚ ਗੱਲ ਕਰਨਗੇ। ਮੈਂ ਇਹ ਗੱਲ ਕਹਿ ਰਿਹਾ ਕਿ ਅਸੀਂ, ਸਾਡਾ ਮਾਈਂਡ ਇੰਨਾ ਸਟਰੋਂਗ ਹੈ, ਇੰਨਾ ਸਟਰੋਂਗ ਅਸੀਂ ਇਹਨੂੰ ਹੋਰ ਬਣਾਈਏ ਸੋ ਦੈਟ ਇਹਨਾਂ ਚੀਜ਼ਾਂ ਦਾ ਅਸਰ ਅਸੀਂ ਸਾਡੇ ਤੇ ਨਾ ਹੋਵੇ ਔਰ ਅਸੀਂ ਇਸ ਪਾਸੇ ਜਾਈਏ ਨਾ। ਹੋਰ ਬਹੁਤ ਕੁਛ ਜਿਹੜਾ ਵਧੀਆ ਕਰਨ ਵਾਲਾ ਪਿਆ ਸਾਡੇ ਕੋਲ, ਜਿਹੜਾ ਆ ਸਮਾਜ ਦੇ ਵਿੱਚ ਕਰਨ ਵਾਲਾ ਆ। ਸੋ ਮੈਂ ਇੱਕ ਵਾਰੀ ਫੇਰ ਅੰਕੁਸ਼ ਜੀ ਨੂੰ ਔਰ ਡਾਕਟਰ ਦੀਪਾਲੀ ਜੀ ਨੂੰ ਹਾਰਟੀਐਸਟ ਵੈਲਕਮ ਕਰਨਾ ਸਾਡੇ ਅੱਜ ਦੇ ਇਸ ਵੈਬੀਨਾਰ ਦੇ ਵਿੱਚ। ਸੋ ਬਹੁਤ ਅੱਛਾ ਲੱਗ ਰਿਹਾ ਹੈ। ਮੈਂ ਸਾਰੇ ਬੱਚਿਆਂ ਨੂੰ ਕਹਾਂਗਾ ਕਿ ਉਹ ਮੈਮ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣੋ। ਥੈਂਕ ਯੂ ਵੈਰੀ ਮਚ। थैंक्स अ लॉट सर। एंड नाउ क्योंकि टाइम अपने कोल 7:20 हो गए, मैम नु मैं रिक्वेस्ट करांगी that to Dr. Dipali Gul to share her views with the students on the given topic जो आज दा theme है ही that share facts on drugs and save lives. Please ma'am, over to you. So please, ma'am, do you have a presentation? Dipali ma'am? ਮੈਨੂੰ ਲੱਗ ਰਿਹਾ ਡਿਸਕਨੈਕਟ ਹੋ ਗਏ ਹੋ। नहीं, डिस्कनेक्ट तो नहीं हुए, डिस्कनेक्ट तो नहीं हुए, बट देन okay, she is on mute. Okay, just a minute ma'am. Yeah, please unmute ma'am. Okay. Ji. Okay. Thank you. Okay. Yeah, she was disconnected. Enable me to share the screen. Yeah, ma'am. Sure. Okay. Now you'll be able to. Okay. Thank you. In the meanwhile, jab tak ma'am screen share kar de hai, I would just like to tell everyone that ਜਿਹੜੇ chat box ਦੇ ਵਿੱਚ ਅਸੀਂ ਤੁਹਾਡੇ questions ਲੈਂਦੇ ਰਵਾਂਗੇ at in the end of the session. In between ਅਗਰ ਕੋਈ question ਹੈ ਉਹ ਵੀ ਤੁਸੀਂ chat box 'ਚ mention ਕਰ ਦੇਣਾ, but ਜਿਹੜੇ answers ਹੈ ਉਹ ਤੁਹਾਨੂੰ session ਦੇ end ਤੇ ਮਿਲਣਗੇ। Okay. ਧੰਨਵਾਦ। ਹੁਣ ਆਪਾਂ ਸ਼ੁਰੂ ਕਰੀਏ। ਸੋ ਸਾਡਾ ਇਸ ਵਾਰ ਦਾ ਥੀਮ ਹੈ ਜੀ ਸ਼ੇਅਰ ਫੈਕਟਸ ਔਨ ਡਰੱਗਸ ਸੇਵ ਲਾਈਵਸ। ਸੋ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਡਰੱਗਸ ਕੀ ਹੁੰਦੀਆਂ। ਸੋ ਸਾਡਾ ਏਮ ਇਹੀ ਹੈ ਵੀ ਲੋਕਾਂ ਨੂੰ, ਬੱਚਿਆਂ ਨੂੰ, ਵੱਡਿਆਂ ਨੂੰ ਪਤਾ ਹੋਵੇ ਵੀ ਡਰੱਗਸ ਹੁੰਦੀਆਂ ਕੀ ਹੈ ਤੇ ਕਿਸ ਤਰ੍ਹਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ। ਸੋ ਇਹ ਸਾਡਾ ਥੀਮ ਹੈ, ਇਹਨੂੰ ਲੈ ਕੇ ਹੀ ਅਸੀਂ ਅੱਜ ਦਾ ਜਿਹੜਾ ਹੈਗਾ ਇਹ ਕੁਝ ਚੰਦ ਤੁਹਾਨੂੰ ਫੈਕਟਸ ਮੈਂ ਦੱਸਾਂਗੀ। ਸੋ ਕਿਉਂ ਇਹ ਸ਼ੁਰੂ ਹੋਇਆ ਸੀ, ਇਹ ਦਿਨ ਕਿਉਂ ਮਨਾਇਆ ਜਾਂਦਾ ਹੈ? ਸੋ ਸਭ ਤੋਂ ਪਹਿਲਾਂ 7 ਦਸੰਬਰ 1987 ਸੋ ਜਨਰਲ ਅਸੈਂਬਲੀ ਆਫ UN ਨੇ ਉਹਨਾਂ ਨੇ ਡਿਸਾਈਡ ਕੀਤਾ ਇਸ ਦਿਨ ਨੂੰ ਮਨਾਉਣ ਲਈ, ਤਾਂ ਕਿ ਜਿਹੜਾ ਹੈਗਾ ਐਕਸ਼ਨ ਐਂਡ ਕੋਆਪਰੇਸ਼ਨ ਟੂ ਅਚੀਵ ਦਾ ਗੋਲ ਆਫ ਇੰਟਰਨੈਸ਼ਨਲ ਸੁਸਾਇਟੀ ਫ੍ਰੀ ਆਫ ਡਰੱਗ ਅਬਿਊਜ਼। ਸੋ ਉਹਨਾਂ ਨੇ ਇਹ ਸੋਚਿਆ ਸੀ ਵੀ ਸਾਰੀ ਜਿਹੜੀ ਸੁਸਾਇਟੀ ਹੈ ਉਹ ਡਰੱਗ ਫ੍ਰੀ ਹੋਣੀ ਚਾਹੀਦੀ ਹੈ, ਇਸ ਕਰਕੇ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਕੀਤਾ ਸੀ। ਸੋ ਸਾਡਾ ਜਿਹੜਾ ਅੱਜ ਦਾ ਹੈ, ਆਪਾਂ ਪ੍ਰੋਬਲਮ ਆਫ ਐਡਿਕਸ਼ਨ ਡਿਸਕਸ ਕਰਨੀ ਹੈ। ਇਸ ਮਰੀਜ਼ਾਂ ਨੂੰ ਕੀ ਹੁੰਦਾ ਨਸ਼ਾ, ਕਿਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ ਔਰ ਇਸ ਲੜਾਈ 'ਚ ਆਪਾਂ ਕਿੱਦਾਂ ਆਪਣੀ ਜਿੱਤ ਹਾਸਲ ਕਰਨੀ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਹਰ ਬੱਚੇ ਨੂੰ, ਕਿਉਂਕਿ
ਸਭ ਤੋਂ ਪਹਿਲਾਂ ਸ਼ੁਰੂ ਜਿਹੜਾ ਅੱਜ ਕੱਲ ਟਾਰਗੇਟ ਕਰਨ ਲੱਗ ਗਏ ਸਕੂਲ ਦੇ ਬੱਚਿਆਂ ਤੋਂ। ਸੋ ਪਹਿਲਾਂ ਇਹ ਪਤਾ ਹੀ ਨਹੀਂ ਹੁੰਦਾ ਵੀ ਹੋ ਕੀ ਰਿਹਾ। ਸੋ ਜਿਹੜੇ ਨਸ਼ੇ ਆ ਕਈ ਤਰ੍ਹਾਂ ਦੇ ਹੁੰਦੇ ਆ। ਸੋ ਓਪੀਓਇਡਸ ਮੋਟੀ ਜਿਹੜੀ ਕਲਾਸਿਸ ਇਹਨਾਂ ਦੀਆਂ, ਉਹ ਐਲਕੋਹਲ, ਕੋਕੇਨ, ਕੈਨਾਬਿਸ, ਨਿਕੋਟਿਨ ਤੇ ਨੀਂਦ ਦੀਆਂ ਗੋਲੀਆਂ। ਸੋ ਓਪੀਓਇਡਸ ਜਿਹੜੀ ਆਪਾਂ ਬ੍ਰੌਡ ਕੈਟਾਗਰੀ ਲੈ ਲੈਂਦੇ ਹਾਂ, ਜਿਹਦੇ ਵਿੱਚ ਸਾਡੀ ਜਿਹੜਾ ਅਸੀਂ ਰੋਜ਼ ਹੀ ਸੁਣਦੇ ਹਾਂ, ਜਿੱਦਾਂ ਹੁਣੇ ਸਰ ਨੇ ਦੱਸਿਆ, ਚਿੱਟਾ, ਹੈਰੋਇਨ ਜਿਹਦਾ ਨਾਮ ਹੁੰਦਾ, ਸਮੈਕ, ਬਰਾਊਨ ਸ਼ੂਗਰ, ਫਿਰ ਕਫ ਸਿਰਪ। ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਚੀਜ਼ ਹੈ, ਉਹ ਪੀ ਲੈਂਦੇ ਕਫ ਸਿਰਪ, ਫਿਰ ਆਦੀ ਹੋ ਜਾਂਦੇ ਆ। ਫਿਰ ਇੰਜੈਕਸ਼ਨ ਨੋਰਫਿਨ, ਲੋਮੋਟਿਲ ਦੀਆਂ ਗੋਲੀਆਂ ਜਿਹੜੀਆਂ ਬੇਸਿਕਲੀ ਪੇਟ ਖਰਾਬ ਲਈ ਯੂਜ਼ ਕੀਤੀਆਂ ਜਾਂਦੀਆਂ, ਲੇਕਿਨ ਉਹਨਾਂ ਦੇ ਵਿੱਚ ਵੀ ਓਪੀਓਇਡਸ ਹੁੰਦੇ ਆ। ਫਿਰ ਪ੍ਰੋਕਸੀਵੋਨ ਦੇ ਕੈਪਸੂਲ, ਫਿਰ ਇੱਕ ਪੌਦੇ ਤੋਂ ਜਿਹੜਾ ਮਿਲਦਾ ਹੈ ਅਫੀਮ, ਡੋਡੇ, ਭੁੱਕੀ। ਇਹ ਸਾਰਾ ਜਿਹੜਾ ਬ੍ਰੌਡ ਕੈਟਾਗਰੀ ਓਪੀਓਇਡਸ ਦੇ ਵਿੱਚ ਸ਼ਾਮਿਲ ਹੁੰਦਾ। ਫਿਰ ਐਲਕੋਹਲ, ਸ਼ਰਾਬ। ਸੋ ਪੰਜਾਬ 'ਚ ਮੇਨਲੀ, ਸ਼ਹਿਰਾਂ 'ਚ, ਪਿੰਡਾਂ 'ਚ ਇਹ ਤਾਂ ਹਰ ਘਰ 'ਚ ਆਲਮੋਸਟ ਇੱਕ ਨਾ ਇੱਕ ਬੰਦਾ ਇਹਦਾ ਆਦੀ ਸਾਨੂੰ ਮਿਲ ਹੀ ਜਾਏਗਾ। ਫਿਰ ਕੋਕੇਨ, ਇਹ ਥੋੜਾ ਜਿਹਾ ਹਾਈ ਕਲਾਸ ਦਾ ਨਸ਼ਾ ਹੈ। ਤੁਹਾਡੀ ਵੱਡੀ ਪਾਰਟੀਆਂ, ਰੇਵ ਪਾਰਟੀਆਂ, ਜਿੱਦਾਂ ਤੁਸੀਂ ਵੀ ਸੁਣਦੇ ਹੋ, ਸਾਰੇ ਜਣੇ ਰੋਜ਼ ਅਖਬਾਰਾਂ 'ਚ ਪੜ੍ਹਦੇ ਹੈ। ਸੋ ਇਸ ਤਰ੍ਹਾਂ ਦਾ ਨਸ਼ਾ ਯੂਜ਼ ਕੀਤਾ ਜਾਂਦਾ। ਫਿਰ ਕੈਨਾਬਿਸ, ਇੱਕ ਸਸਤੇ ਕਿਸਮ ਦਾ ਨਸ਼ਾ ਮੰਨਿਆ ਜਾਂਦਾ, ਕਿਉਂਕਿ ਇਹਦੇ ਪੌਦੇ ਜਗ੍ਹਾ ਜਗ੍ਹਾ ਲੱਗੇ ਹੁੰਦੇ ਆ। ਸੋ ਬਹੁਤ ਸਾਰੇ ਤੁਸੀਂ ਦੇਖਿਆ ਹੋ, ਕਈ ਵਾਰ ਆਉਂਦੇ ਜਾਂਦੇ, ਜਿੱਦਾਂ ਭੰਗ ਜਿਹੜੀ ਹੈ ਤਾਂ ਸਾਡੇ ਤਿਉਹਾਰਾਂ ਤੇ ਵੀ ਮਿਲ ਜਾਂਦੀ ਹੈ। ਸੋ ਭੰਗ ਹੋ ਗਈ, ਗਾਂਜਾ ਹੋ ਗਿਆ, ਮਰੂਆਨਾ ਜਿਹੜਾ ਹੈਗਾ ਫੋਰਨ ਕੰਟਰੀਜ਼ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਹਸ਼ੀਸ਼, ਚਰਸ, ਇਹ ਸਾਰਾ ਕੈਨਾਬਿਸ ਦੇ ਅੰਡਰ ਆਉਂਦਾ। ਫਿਰ ਸਿਗਰਟ ਸਮੋਕਿੰਗ, ਇਹ ਉਸ ਤੋਂ ਵੀ ਭੈੜਾ ਨਸ਼ਾ। ਸੋ ਅਸੀਂ ਦੇਖੋ, ਜਿਨ੍ਹਾਂ ਨੂੰ ਆਦਤ ਹੁੰਦੀ ਹੈ ਸਿਗਰਟ ਦੀ, ਉਹਨਾਂ ਨੇ ਆਫਿਸ 'ਚ ਉੱਠ ਕੇ, ਸਕੂਲ 'ਚ ਉੱਠ ਕੇ, ਕਲਾਸ 'ਚ ਉੱਠ ਕੇ, ਜਾਂ ਕਿਤੇ ਵੀ ਕੰਮ ਕਰ ਰਹੇ ਉੱਥੋਂ ਉੱਠ ਕੇ ਬਾਹਰ ਜ਼ਰੂਰ ਜਾਣਾ ਹੈ, ਕਿਉਂਕਿ ਉਹਨਾਂ ਨੂੰ ਸਿਗਰਟ ਦੀ ਤਲਬ ਲੱਗ ਜਾਂਦੀ ਹੈ। ਫਿਰ ਪਾਨ ਮਸਾਲਾ, ਤੁਸੀਂ ਬਹੁਤ ਕਾਮਨਲੀ ਦੇਖਿਆ ਹੋਊਗਾ, ਸਵੇਰੇ ਉੱਠ ਕੇ ਜੇ ਨਿਕਲੋ ਸੜਕਾਂ ਤੇ ਤਾਂ ਛੋਟੇ ਛੋਟੇ ਖੋਖੇ ਸਵੇਰੇ ਹੀ ਖੁੱਲ ਜਾਂਦੇ ਆ। ਉਹਨਾਂ ਦੇ ਕੀ ਵਿਕ ਰਿਹਾ ਹੁੰਦਾ? ਸਿਗਰਟ, ਬੀੜੀ, ਪਾਨ ਮਸਾਲਾ ਤੇ ਚੈਨੀ ਖੈਨੀ, ਜਰਦਾ। ਤੁਸੀਂ ਦੇਖਿਆ ਉਹ ਲੋਕ, ਈਵਨ ਗਰੀਬ ਲੋਕ ਜਿਹੜੇ ਰਿਕਸ਼ੇ ਵਾਲੇ ਵੀ, ਈਵਨ ਭਈਏ ਜਿਹੜੇ ਆ, ਉਹ ਵੀ ਲੈ ਕੇ ਕੁਛ ਹੱਥ ਇੱਧਰ ਰਗੜ ਰਹੇ ਹੁੰਦੇ ਆ। ਉਹ ਪਾਨ ਮਸਾਲਾ ਤੇ ਚੈਨੀ ਖੈਨੀ ਹੁੰਦੀ ਹੈ। ਉਹ ਮੂੰਹ 'ਚ ਰੱਖ ਕੇ ਉਹਨਾਂ ਨੂੰ ਇੱਕ ਅਜੀਬ ਜਿਹਾ ਨਸ਼ਾ ਫੀਲ ਹੁੰਦਾ। ਫਿਰ ਉਸ ਤੋਂ ਬਾਅਦ ਨੀਂਦ ਦੀਆਂ ਗੋਲੀਆਂ, ਤੇ ਉਹ ਵੀ ਕਿਸਮ ਦਾ ਨਸ਼ਾ ਪੈਦਾ ਕਰਦੀਆਂ। ਸੋ ਇਹ ਤਾਂ ਹੋ ਗਏ ਕਿਹੜੇ ਕਿਹੜੇ ਨਸ਼ੇ ਸਾਨੂੰ ਉਪਲਬਧ ਹੈ। ਉਸ ਤੋਂ ਬਾਅਦ ਕੀ ਹੋ ਰਿਹਾ ਅੱਜ ਕੱਲ੍ਹ, ਕਿੱਦਾਂ ਪ੍ਰੋਬਲਮ ਵੱਧਦੀ ਜਾ ਰਹੀ ਹੈ। ਸੋ ਅਸੀਂ ਦੇਖ ਰਹੇ ਹਾਂ ਜਿਹੜਾ ਮੋਰ ਐਂਡ ਮੋਰ ਜਿਹੜੇ ਹੈ ਯੰਗ ਅਡਲਟਸ, ਬੱਚੇ। ਸੋ ਸਭ ਤੋਂ ਘੱਟ ਉਮਰ ਦਾ ਜਿਹੜਾ ਬੱਚਾ ਅਸੀਂ ਹੁਣੇ ਹੀ ਦੇਖਿਆ, ਪਿੱਛੇ ਸਾਡੇ ਕੋਲ ਦਾਖਲ ਸੀਗਾ, ਉਹ 16 ਸਾਲ ਦਾ ਲੜਕਾ ਸੀ। ਉਹ ਹਲੇ ਸਕੂਲ 'ਚ ਹੀ ਪੜ੍ਹਦਾ ਸੀ, 9ਵੀਂ 10ਵੀਂ ਕਲਾਸ 'ਚ, ਤੇ ਉਹ ਸਕੂਲ 'ਚ ਹੀ ਨਸ਼ਾ ਲੈਣ ਲੱਗ ਗਿਆ। ਸੋ ਔਰ ਦੂਜੀ ਚੀਜ਼ ਜਿਹੜੀ ਪਾਈ ਗਈ ਹੈ, ਕੁੜੀਆਂ, ਗਰਲਸ, ਉਹ ਵੀ ਅੱਜ ਕੱਲ੍ਹ ਇਲਾਜ ਲਈ ਆ ਰਹੀਆਂ। ਇਨਕਰੀਜ਼ਿੰਗ ਨੰਬਰ ਆਫ ਵੂਮਨ ਰਿਪੋਰਟਿੰਗ। ਸੋ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਹੈ, ਉਹ ਨਸ਼ਾ ਵੇਚਣ ਵੀ ਲੱਗ ਗਈਆਂ ਤੇ ਲੈਣ ਵੀ ਲੱਗ ਗਈਆਂ। ਫਿਰ ਐਵਰੇਜ ਏਜ ਐਟ ਵਿਚ ਪੇਸ਼ੈਂਟ ਕਮਸ ਫॉर ਟ੍ਰੀਟਮੈਂਟ ਗੋਇੰਗ ਡਾਊਨ। ਸੋ ਪਹਿਲਾਂ ਜਿਹੜਾ ਅਸੀਂ ਦੇਖਿਆ, ਮੈਚੁਰ ਲੋਕ ਹੁੰਦੇ ਸੀ ਸਾਡੇ ਕੋਲ ਮੋਸਟਲੀ, ਜਿਹੜੇ ਆਉਂਦੇ ਸੀ ਜਦੋਂ ਮੈਂ ਸ਼ੁਰੂ ਕੀਤੀ ਹੈ ਪ੍ਰੈਕਟਿਸ, ਰਾਉਂਡ ਅਬਾਊਟ 18-20 ਸਾਲ ਪਹਿਲਾਂ, ਜਦੋਂ ਅਸੀਂ ਪੜ੍ਹਦੇ ਵੀ ਸੀ, ਉਦੋਂ ਹੁੰਦਾ ਸੀ ਵੀ ਇੱਕਾ ਦੁੱਕਾ ਮਰੀਜ਼ ਹੁੰਦਾ ਸੀ ਸਾਡੇ ਉੱਥੇ। ਡੀਐਮਸੀ 'ਚੋਂ ਮੈਂ ਕੀਤੀ ਹੈ, ਤਾਂ ਏਦਾਂ ਹੁੰਦਾ ਸੀ ਸਾਡੇ ਵਾਰਡ 'ਚ ਇੱਕ ਅੱਧਾ ਨਸ਼ੇ ਵਾਲਾ ਮਰੀਜ਼ ਦਾਖਲ ਹੈ, ਬਾਕੀ ਦੂਜੇ ਮਰੀਜ਼ ਹੈ ਦਿਮਾਗੀ। ਤੇ ਉਹ ਵੀ ਹੁੰਦਾ ਸੀ 30-35 ਸਾਲ ਦਾ ਨਸ਼ਾ ਲੈਂਦੇ ਆ ਜੀ, ਠੀਕ ਹੈ, ਛੁਡਾਤਾ, ਹੋ ਗਿਆ ਕੰਮ। ਹੁਣ ਵਿਦ ਟਾਈਮ ਜੋ ਮੈਂ ਦੇਖ ਰਹੀ ਹਾਂ, ਸਾਡੇ ਕੋਲ ਜ਼ਿਆਦਾ ਜਿਹੜੇ ਮਰੀਜ਼ ਆ ਉਹ ਨਸ਼ੇ ਵਾਲੇ ਹੁੰਦੇ ਆ, ਤੇ ਜਿਹੜੇ ਦਿਮਾਗੀ ਮਰੀਜ਼ ਆ ਉਹਦੇ ਨਾਲੋਂ ਘੱਟ ਹੁੰਦੇ ਆ। ਸੋ ਇੰਨੇ ਜ਼ਿਆਦਾ ਵੱਧ ਗਏ ਆ ਓਵਰ ਦ ਈਅਰਸ। ਸੋ ਚੇਂਜ ਕਿੱਦਾਂ ਹੋ ਗਿਆ, ਚੇਂਜ ਕਿੱਦਾਂ ਆ ਗਿਆ? ਪਹਿਲਾਂ ਕੀ ਹੁੰਦਾ ਸੀ, ਪਿੰਡਾਂ 'ਚ, ਸ਼ਹਿਰਾਂ 'ਚ ਵੀ ਜਿਹੜੇ ਚੰਗੇ ਵਰਕਰਸ ਵੀ ਹੁੰਦੇ ਸੀ, ਉਹ ਅਫੀਮ ਜਿਹੜੇ ਭੁੱਕੀ ਹੈ ਉਹ ਵੈਸੇ ਵੀ ਲੈ ਲੈਂਦੇ ਸੀ। ਸੋ ਉਹਨਾਂ ਨੂੰ ਲੱਗਦਾ ਸੀ ਸਾਡੀ ਪਾਵਰ ਵੱਧ ਜੂਗੀ, ਅਸੀਂ ਕੰਮ ਕਰਾਂਗੇ ਜ਼ਿਆਦਾ। ਪਹਿਲਾਂ ਹੁੰਦਾ ਸੀ ਅਫੀਮ ਭੁੱਕੀ, ਉਹ ਵੀ ਇੱਕ ਲਿਮਿਟਡ ਅਮਾਊਂਟ 'ਚ। ਇਹ ਹੁੰਦਾ ਸੀ ਫਿਕਸ ਜੀ, ਜਿਵੇਂ ਇੱਕ ਅਫੀਮ ਦੀ ਗੋਲੀ ਹੁੰਦੀ ਹੈ ਕਾਲੇ ਰੰਗ ਦੀ, ਤੇ ਛੋਟੀ ਜਿਹੀ ਗੋਲੀ ਰੋਜ਼ ਖਾ ਲਾਂਗੇ, ਵਧੀਆ ਰਹੂਗਾ। ਲੇਕਿਨ ਹੁਣ ਨਸ਼ੇ ਦਾ ਰੂਪ ਹੀ ਬਦਲ ਗਿਆ। ਅਫੀਮ ਭੁੱਕੀ ਤੋਂ ਲੈ ਕੇ ਹੁਣ ਲੋਕੀ ਹੈਰੋਇਨ, ਸਮੈਕ, ਇਸ ਤੇ ਆ ਗਏ। ਫਿਰ ਇਹਨਾਂ ਨੂੰ ਸਨਿਫ ਕਰਦੇ। ਸਨਿਫ ਮਤਲਬ ਇੱਕ ਜਿਹੜਾ ਫੋਇਲ ਪੇਪਰ ਲੈ ਲੈਂਦੇ ਆ। ਫੋਇਲ ਪੇਪਰ ਪਤਾ ਹੈ ਨਾ ਸਾਰੇ ਬੱਚਿਆਂ ਨੂੰ, ਜਿਹੜਾ ਰੋਟੀ ਜਿੱਤੇ ਖਾਈਦੀ ਹੈ ਨਾ। ਸੋ ਰੋਟੀ ਵਾਲਾ ਫੋਇਲ ਪੇਪਰ ਲੈ ਕੇ ਉਹਦੇ ਉੱਤੇ ਚਿੱਟੇ ਰੰਗ ਦਾ ਪਾਊਡਰ ਹੁੰਦਾ, ਉਹ ਪਾ ਲਈਦਾ, ਤੇ ਨੀਚੇ ਲਾਈਟਰ ਜਾਂ ਮਾਚਿਸ ਦੇ ਨਾਲ ਉਹਨੂੰ ਹੀਟ ਕਰਕੇ ਉਹਦੇ ਚੋਂ ਨਿਕਲਦੇ ਫਿਊਮਸ, ਜਿਨ੍ਹਾਂ ਨੂੰ ਨੱਕ ਦੇ ਰਾਹੀਂ ਜਾਂ ਮੂੰਹ ਦੇ ਰਾਹੀਂ ਅੰਦਰ ਸਨਿਫ ਕਰਦੇ ਆ। ਇਸ ਤਰ੍ਹਾਂ ਉਹ ਬੋਡੀ 'ਚ ਇੱਕ ਨਸ਼ਾ ਪੈਦਾ ਕਰਦਾ। ਲੇਕਿਨ ਇਹ ਵੀ ਘਟ ਗਿਆ। ਇਸ ਤੋਂ ਬਾਅਦ ਹੁਣ ਕੀ ਹੋਣ ਲੱਗ ਗਿਆ? ਹੁਣ ਲੋਕੀ ਟੀਕੇ ਲਾਉਣ ਲੱਗ ਗਏ।
ਸੋ ਚਿੱਟਾ ਜਿਹੜਾ ਚਿੱਟੇ ਦਾ ਨਸ਼ਾ ਹੋਰ ਜ਼ਿਆਦਾ ਸਟਰੋਂਗ ਹੁੰਦਾ ਜਾ ਰਿਹਾ ਕਿਉਂਕਿ ਹੁਣ ਉਹਨੂੰ ਘੋਲ ਕੇ ਗਰਮ ਪਾਣੀ 'ਚ ਸਿੱਧਾ ਉਹਦਾ ਟੀਕਾ ਲਗਾਉਣ ਲੱਗ ਪਏ ਆ। ਸੋ ਕਿੰਨੇ ਕਿੰਨੇ ਲੋਕੀ ਆਪਾਂ ਦੇਖੀਏ ਵੀ ਨਸ਼ਾ ਲੈਂਦੇ ਪਾਏ ਗਏ ਆ। ਸੋ ਪੰਜਾਬ ਦੇ ਵਿੱਚ ਰਾਉਂਡ ਅਬਾਊਟ ਜਿਹੜਾ ਹੈਗਾ 8.6 ਲੱਖ ਲੋਕ ਇਸ ਟਾਈਮ ਨਸ਼ੇ ਦੇ ਆਦੀ ਨੇ। ਐਂਡ ਜਿਹੜੇ ਇਹਨਾਂ ਦੇ ਵਿੱਚੋਂ ਇਹ ਨਸ਼ਾ ਟੋਟਲ ਹੈ ਜਿਹੜਾ ਓਪੀਓਇਡ ਲੈਣ ਵਾਲੇ ਉਹ ਰਾਉਂਡ ਅਬਾਊਟ 2.3 ਲੱਖ ਹੈ ਔਰ ਇਹਨਾਂ ਦੇ ਵਿੱਚੋਂ ਜਿਹੜੇ ਕਹਿ ਲਓ ਵੀ 75,000 ਲੋਕ ਹੈ ਜਿਹੜੇ ਟੀਕੇ ਲਗਾਉਂਦੇ ਆ। ਸੋ ਇੰਨਾ ਜ਼ਿਆਦਾ ਨਸ਼ਾ ਇਸ ਮਾਤਰਾ 'ਚ ਪਾਇਆ ਜਾਂਦਾ ਹੈ। ਸੋ ਜਿਸ ਤਰ੍ਹਾਂ ਦੇਖਿਆ ਜਾਏ ਵੀ ਜਿਹੜੇ ਨਸ਼ੇ ਲੈਣ ਵਾਲੇ ਆ ਜਿਹੜੇ ਓਪੀਓਇਡਸ ਲੈਂਦੇ ਆ ਉਹ ਰਾਉਂਡ ਅਬਾਊਟ 20 ਕਰੋੜ ਰੁਪਈਆ ਰੋਜ਼ ਦਾ ਖਰਚ ਕਰ ਦਿੰਦੇ ਜਿੰਨੇ ਵੀ ਟੋਟਲ ਲੋਕ ਹੈ। ਅਗਰ ਉਹਨਾਂ ਦਾ ਤੁਸੀਂ ਐਸਟੀਮੇਟ ਲਗਾਓ ਕਿਉਂਕਿ ਜਿੱਦਾਂ ਸਰ ਨੇ ਹੁਣੇ ਦੱਸਿਆ ਕਿ ਰਾਉਂਡ ਅਬਾਊਟ 4,000 ਰੁਪਏ ਪ੍ਰਤੀ ਗ੍ਰਾਮ ਇਹ ਮਿਲਦੀ ਹੈ। ਸੋ ਇਸ ਹਿਸਾਬ ਨਾਲ ਰਾਉਂਡ ਅਬਾਊਟ 20 ਕਰੋੜ ਰੁਪਈਆ ਖਰਚ ਹੋ ਜਾਂਦਾ। ਸੋ ਇੰਨਾ ਹੀ ਰੁਪਈਆ ਤੁਸੀਂ ਦੇਖੋ ਜੇ ਪੰਜਾਬ ਦੇ ਵਿਕਾਸ 'ਚ ਯੂਜ਼ ਕੀਤਾ ਜਾਂਦਾ ਹੁਣ ਪੰਜਾਬ ਦਾ ਰੂਪ ਬਦਲ ਜੇ। ਤੇ ਐਨੂਅਲ ਐਕਸਪੈਂਡੀਚਰ ਔਨ ਓਪੀਓਇਡ ਡਰੱਗਸ ਇਟ ਇਜ਼ ਅਬਾਊਟ 75 ਕਰੋੜ ਪਰ ਈਅਰ। ਸੋ ਇਸ ਹਿਸਾਬ ਨਾਲ 75 ਕਰੋੜ ਰੁਪਈਆ ਪਰ ਸਾਲ ਜਿਹੜਾ ਅਸੀਂ ਨਸ਼ਿਆਂ ਦੇ ਵਿੱਚ ਉਡਾ ਦਿੱਤਾ ਜਾਂਦਾ ਮਤਲਬ ਬਰਬਾਦੀ। ਕਿਉਂ ਹੋ ਗਿਆ ਅਗਰ ਤੁਸੀਂ ਪਿੱਛੇ ਕੋਰੋਨਾ ਸੀਗਾ ਲੋਕਡਾਊਨ ਸੀਗਾ ਸੋ ਉਹਦੇ ਵਿੱਚ ਵੀ ਹੋਰ ਕੋਈ ਬਾਹਰ ਨਿਕਲੇ ਬਾਕੀ ਮਰੀਜ਼ ਚਾਹੇ ਨਾ ਨਿਕਲੇ ਲੇਕਿਨ ਨਸ਼ੇ ਵਾਲੇ ਮਰੀਜ਼ ਜ਼ਰੂਰ ਆਏ ਕਿਉਂਕਿ ਉਹਨਾਂ ਨੂੰ ਬਿਨਾਂ ਨਸ਼ੇ ਜਾਂ ਬਿਨਾਂ ਨਹੀਂ ਰਿਹਾ। ਸੋ ਸਰਕਾਰ ਨੇ ਵੀ ਉਹਨਾਂ ਨੂੰ ਅਲਾਉ ਕਰਤਾ। ਸੋ ਜਿਹੜੇ ਕੁਝ ਲੋਕ ਹੁੰਦੇ ਆ ਜਿਹੜੇ ਇਲਾਜ ਲਈ ਸਰਕਾਰੀ ਗੋਲੀਆਂ ਯੂਜ਼ ਕਰਦੇ ਆ ਉਹ ਵੀ ਲੈਣ ਗਏ। ਸੋ ਈਜ਼ੀ ਅਵੇਲੇਬਿਲਿਟੀ ਆਫ ਡਰੱਗਸ। ਸੋ ਡਰੱਗਸ ਬਹੁਤ ਜਲਦੀ ਮਿਲ ਜਾਂਦੀਆਂ ਹਰ ਜਗ੍ਹਾ ਮਿਲਣ ਲੱਗ ਗਈਆਂ। ਸੋ ਇਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਵੱਧ ਗਿਆ। ਫਿਰ ਲੈਕ ਆਫ ਅਵੇਅਰਨੈਸ ਫਿਰ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਨਸ਼ਾ ਲੈਣਗੇ ਤਾਂ ਕੀ ਹੋ ਜਾਊਗਾ। ਸੋ ਉਹਨਾਂ ਨੂੰ ਇਹ ਨੌਲੇਜ ਹੀ ਨਹੀਂ ਹੁੰਦੀ ਮੈਂ ਜਿਹੜਾ ਇੱਕ ਵਾਰ ਨਸ਼ਾ ਲੈ ਰਿਹਾ ਇਹਨੂੰ ਮੈਂ ਸਨਿਫ ਤਾਂ ਕਰ ਲਿਆ ਦੋਸਤ ਦੇ ਕਹਿਣ ਤੇ ਲੇਕਿਨ ਇਹਦੇ ਨਾਲ ਕੀ ਹੋਣਾ ਬਾਅਦ ਚ ਕੀ ਹੋਣਾ। ਫਿਰ ਕੂਲ ਫੈਕਟਰ ਅੱਜ ਕੱਲ੍ਹ ਜਿਹੜਾ ਹੈਗਾ ਬੱਚੇ ਵੱਡੇ ਸਾਰੇ ਸਟ੍ਰੈਸ 'ਚ ਚੱਲਦੇ ਆ ਟੈਨਸ਼ਨ ਕਿਸੇ ਨਾ ਕਿਸੇ ਕਿਸਮ ਦਾ ਸਟ੍ਰੈਸ ਹਰ ਬੰਦੇ ਦੇ ਉੱਤੇ ਹਾਵੀ ਹੈ। ਸੋ ਇੱਕ ਬੰਦਾ ਸਟ੍ਰੈਸਡ ਹੈ ਘਰੋਂ ਲੜਾਈ ਹੋ ਕੇ ਆ ਗਈ ਜਾਂ ਸਕੂਲ ਚੋਂ ਮੈਡਮ ਨੇ ਕੱਢਤਾ ਜਾਂ ਕਾਲਜ 'ਚ ਲੜਾਈ ਹੋ ਗਈ ਫੇਲ ਹੋ ਗਏ ਵਟਐਵਰ। ਉਹਦੇ ਨਾਲ ਕੀ ਹੋਇਆ ਉਹ ਗਿਆ ਦੋਸਤ ਮਿਲਿਆ ਕੀ ਹੋ ਗਿਆ ਯਾਰ ਬਹੁਤ ਟੈਨਸ਼ਨ ਹੈ ਕੋਈ ਗੱਲ ਨਹੀਂ ਤੂੰ ਆ ਲਾ ਕੇ ਦੇਖ ਹਾਲਾਤ ਤਾਂ ਸਹੀ ਕਲਾਇੰਟ। ਸੋ ਉਹ ਇੱਕ ਵਾਰ ਲੈਣਾ ਮਤਲਬ ਉਹਦੇ ਸਕੂਲ ਫੈਕਟਰ ਜਿਹੜਾ ਦੋਸਤਾਂ ਦਾ ਪ੍ਰੈਸ਼ਰ। ਫਿਰ ਅਨਇੰਪਲੋਇਮੈਂਟ ਬਹੁਤ ਵੱਡੀ ਸਮੱਸਿਆ ਹੈ। ਤੁਸੀਂ ਦੇਖੋ ਤਾਂ ਪੰਜਾਬ 'ਚੋਂ ਕਿੰਨੇ ਲੋਕ ਰੋਜ਼ ਅਪਲਾਈ ਕਰਦੇ ਬਾਹਰ ਰਹਿਣ ਲਈ ਪਰ ਉਹਦੇ ਪਿੱਛੇ ਹੁੰਦਾ ਵੀ ਸਾਨੂੰ ਇੱਥੇ ਕੰਮ ਨਹੀਂ ਮਿਲਦਾ। ਐਂਡ ਲੋਟ ਆਫ ਅਨਆਕਿਊਪਾਈਡ ਟਾਈਮ ਇਵਨ ਵੈਨ ਇਟ ਇਜ਼ ਵਰਕਿੰਗ। ਤੇ ਜੇ ਕੋਈ ਕੰਮ ਵੀ ਕਰ ਰਿਹਾ ਤਾਂ ਉਹਦੇ ਕੋਲ ਬਹੁਤ ਸਾਰਾ ਵਿਹਲਾ ਟਾਈਮ ਹੈ। ਸੋ ਵਿਹਲਾ ਟਾਈਮ ਖਾਲੀ ਦਿਮਾਗ ਸ਼ੈਤਾਨ ਦਾ ਘਰ। ਸੋ ਪੁੱਠੇ ਪਾਸੇ ਵੀ ਪੈ ਸਕਦਾ। ਸੋ ਡੇਲੀ ਬਰਡਨ ਆਫ ਸਟ੍ਰੈਸ ਹਰ ਇਨਸਾਨ ਦੇ ਉੱਤੇ ਕੋਈ ਮੈਂ ਕਹਿੰਦੀ ਇਹ ਬੰਦਾ ਦੱਸ ਦੇ ਵੀ ਮੈਂ ਸਟ੍ਰੈਸ 'ਚ ਨਹੀਂ ਹੈਗਾ। ਆਈ ਡੋਂਟ ਥਿੰਕ ਸੋ ਵੀ ਕੋਈ ਵੀ ਏਦਾਂ ਦਾ ਬੰਦਾ ਜਿਹੜਾ ਆਪਣੇ ਹੱਥ ਖੜਾ ਕਰਕੇ ਕਹੂਗਾ ਵੀ ਨਹੀਂ ਜੀ ਨਹੀਂ ਮੈਨੂੰ ਕਿਸੇ ਕਿਸਮ ਦਾ ਕੋਈ ਸਟ੍ਰੈਸ ਨਹੀਂ ਹੈ। ਦੈਨ ਰੈਡੀਲੀ ਅਵੇਲੇਬਲ ਕੈਸ਼ ਵਿਦ ਦ ਸਟੂਡੈਂਟਸ। ਹਰ ਬੱਚੇ ਕੋਲ ਅੱਜ ਕੱਲ੍ਹ ਕੈਸ਼ ਹੁੰਦਾ। ਪਹਿਲਾਂ ਕੀ ਹੁੰਦਾ ਸੀ ਮੰਮੀ ਪਾਪਾ ਸੋ ਜੇਬ ਖਰਚ ਦੇ ਪੈਸੇ ਲੈਣੇ ਹੁੰਦੇ ਸੀ 50 ਰੁਪਇਆ 100 ਰੁਪਇਆ ਲਿੱਤਾ ਚਲੋ ਜੀ ਜੇਬ ਖਰਚ ਹੋ ਗਿਆ। ਜਾਣ ਲੱਗੇ ਹੈ ਹੌਸਟਲ 'ਚ ਵੀ ਜਾਣਾ ਤਾਂ 500-1000 ਰੁਪਇਆ ਦਿੱਤਾ ਮਾਂ ਪਿਓ ਨੇ ਜਾਂ ਹਫਤੇ ਦਾ ਖਰਚਾ ਹੋ ਗਿਆ ਪਾਸਤਾ ਦੇ ਦੀ ਤੇ ਲੈ ਦੀ ਕੁਝ ਖਾਣ ਪੀਣ ਨੂੰ ਠੀਕ ਹੈ। ਲੇਕਿਨ ਹੁਣ ਹਰ ਬੰਦੇ ਕੋਲ ਕਾਰਡ ਹੈ ਕਾਰਡ ਹੱਥ 'ਚ ਫੜਿਆ ਹੋਇਆ ਕਾਰਡ 'ਚ ਪੈਸੇ ਹੈ ਕਾਰਡ ਨਹੀਂ ਹੈ ਤਾਂ ਪੇਟੀਐਮ ਹੈ ਗੂਗਲ ਹੈ ਕੁਛ ਨਾ ਕੁਛ ਹੈਗਾ ਕਿ ਜਿੱਥੋਂ ਪੈਸਾ ਈਜ਼ੀਲੀ ਅਵੇਲੇਬਲ ਹੈ। ਸੋ ਪੈਸਾ ਕਿਸੇ ਨਾ ਕਿਸੇ ਚੀਜ਼ 'ਚ ਬਰਬਾਦ ਵੀ ਕੀਤਾ ਜਾ ਸਕਦਾ ਹੈ। ਹੁਣ ਨਸ਼ਾ ਕੀ ਹੁੰਦਾ ਕਿਉਂ ਹੁੰਦਾ ਨਸ਼ਾ ਕਿਉਂ ਅਸੀਂ ਹੁੰਦਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਰੋਜ਼ ਦਿਨ 'ਚ ਖਾਂਦੇ ਹਾਂ ਲੇਕਿਨ ਇਹ ਕਿਉਂ ਹੁੰਦਾ ਵੀ ਕੁਝ ਚੀਜ਼ਾਂ ਜਿਹੜਾ ਉਹ ਨਸ਼ਾ ਕਰਦੀਆਂ ਕੁਝ ਨਹੀਂ ਕਰਦੀਆਂ। ਇਹ ਇੱਕ ਕਿਸਮ ਦਾ ਜਿਹੜਾ ਬ੍ਰੇਨ ਰਿਵਾਰਡ ਸਰਕਟ ਇਹਨੂੰ ਰਿਵਾਰਡ ਇਸੇ ਕਰਕੇ ਕਹਿੰਦੇ ਆ ਕਿਉਂਕਿ ਇਹ ਇੱਕ ਜਿਹੜਾ ਬ੍ਰੇਨ ਦੇ ਵਿੱਚ ਸਰਕਟ ਹੁੰਦਾ ਇਸ ਸਰਕਟ ਦੇ ਵਿੱਚ ਜਦੋਂ ਇਹ ਨਸ਼ਾ ਕੰਮ ਕਰਦਾ ਤਾਂ ਇੱਕ ਰਿਲੀਜ਼ ਆਫ ਇੱਕ ਕੈਮੀਕਲ ਹੁੰਦਾ ਨਿਊਰੋਕੈਮੀਕਲ ਲੋਚਾ ਜਿਹਨੂੰ ਆਪਾਂ ਕਹਾਂਗੇ ਕੈਮੀਕਲ ਹੁੰਦਾ ਜਿਹਨੂੰ ਕਹਿੰਦੇ ਡੋਪਾਮੀਨ। ਸੋ ਡੋਪਾਮੀਨ ਕੀ ਕਰਦਾ ਉਹ ਬੰਦੇ ਨੂੰ ਖੁਸ਼ੀ ਦਿੰਦਾ। ਸੋ ਜਦੋਂ ਬੰਦਾ ਨਸ਼ਾ ਜਾਂ ਕੁਝ ਵੀ ਲਗਾ ਲੈਂਦਾ ਤਾਂ ਉਹਨੂੰ ਇੱਕ ਕਿਸਮ ਦਾ ਨਸ਼ਾ ਮਿਲਦਾ ਉਹਨੂੰ ਇੱਕ ਕਿਸਮ ਦੀ ਖੁਸ਼ੀ ਮਿਲਦੀ ਹੈ। ਸੋ ਡੋਪਾਮੀਨ ਦਾ ਬਹੁਤ ਜ਼ਿਆਦਾ ਰਿਲੀਜ਼ ਹੋ ਜਾਂਦਾ ਬੰਦਾ ਪੂਰੇ ਨਸ਼ੇ 'ਚ ਉਹਨੂੰ ਖੁਸ਼ੀ ਜੀ ਹੋ ਜਾਂਦੀ ਹੈ
ਸੋ ਇਸ ਕਰਕੇ ਇਹਨੂੰ ਨਸ਼ਾ ਕਿਹਾ ਜਾਂਦਾ ਹੈ। ਹੁਣ ਡਰਗ ਡਿਪੈਂਡੈਂਸ ਕੀ ਹੁੰਦੀ ਹੈ ਜੇ ਅਸੀਂ ਦੇਖਿਆ ਜਾਏ, ਡਰਗ ਦਾ ਅਸੀਂ ਯੂਜ਼ ਵੀ ਕਰਦੇ ਹਾਂ, ਮਿਸਯੂਜ਼ ਵੀ ਕਰਦੇ ਹਾਂ, ਡਰਗ ਅਬਿਊਜ਼ ਵੀ ਕਰਦੇ ਹਾਂ। ਸੋ ਨਾਰਮਲੀ ਅਗਰ ਤੁਸੀਂ ਦੇਖੋ ਡਰਗਸ ਮਿਲਦੀਆਂ, ਮਤਲਬ ਜੇ ਮੈਡੀਕਲੀ ਅਸੀਂ ਦੇਖਿਆ ਜਾਏ ਸਾਨੂੰ ਟ੍ਰੈਮਾਡੋਲ ਮਿਲਦਾ ਹੈ। ਸੋ ਟ੍ਰੈਮਾਡੋਲ ਪੇਨ ਕਿਲਰ ਹੈ, ਬਹੁਤ ਵਧੀਆ ਪੇਨ ਕਿਲਰ ਹੈ। ਸੋ ਬਹੁਤ ਵਾਰ ਇਹਦੀ ਜ਼ਰੂਰਤ ਪੈ ਜਾਂਦੀ ਹੈ ਪ੍ਰੈਗਨੈਂਟ ਲੇਡੀਜ਼ ਚ, ਕਿਸੇ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ, ਕੈਂਸਰ ਦੇ ਮਰੀਜ਼ ਹੈ, ਸੋ ਵੰਡਰ ਡਰਗ ਅਸੀਂ ਯੂਜ਼ ਕਰਦੇ ਹਾਂ। ਲੇਕਿਨ ਜੇ ਉਹੀ ਦਵਾਈ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਯੂਜ਼ ਕਰਨ ਲੱਗੇ ਤਾਂ ਉਹਦਾ ਮਿਸਯੂਜ਼ ਹੈ। ਔਰ ਜੇ ਤੁਸੀਂ ਉਹਨੂੰ ਉਸ ਕੁਆਂਟੀਟੀ ਚ ਯੂਜ਼ ਕਰਨ ਲੱਗੇ ਵੀ ਆਪਣੇ ਨੂੰ ਨਸ਼ੇ ਚ ਰੱਖਣ ਲਈ, ਫਿਰ ਉਹ ਅਸੀਂ ਡਰਗ ਅਬਿਊਜ਼ ਕਰਾਂਗੇ, ਇਹਨੂੰ ਅਸੀਂ ਗਲਤ ਚੀਜ਼ ਕਵਾਂਗੇ। ਸੋ ਇਹ ਹੁੰਦਾ ਵੀ ਕਿਉਂ ਪਤਾ ਚੱਲ ਵੀ ਬੰਦੇ ਨੂੰ ਨਸ਼ਾ ਹੋ ਗਿਆ, ਜਦੋਂ ਜਿਹੜੀ ਉਹ ਚੀਜ਼ ਦੀ ਜ਼ਰੂਰਤ, ਉਹ ਚੀਜ਼ ਦੀ ਟੋਲਰੈਂਸ ਹੋ ਜਾਂਦੀ ਹੈ ਵੀ ਉਹਨੂੰ ਥੋੜੀ ਜਿਹੀ ਚੀਜ਼ ਨਾਲ ਇਫੈਕਟ ਨਹੀਂ ਆਉਂਦਾ। ਉਹਨੂੰ ਲੱਗਦਾ ਅੱਜ ਮੈਂ 1 ਗ੍ਰਾਮ ਲਿੱਤਾ ਸੀ, ਕੱਲ ਮੇਰਾ 1 ਗ੍ਰਾਮ ਨਾਲ ਨਹੀਂ, ਮੈਨੂੰ 1.5 ਗ੍ਰਾਮ ਲੈਣਾ ਪਊਗਾ। ਫਿਰ ਵਿਡਰੋਲ ਮਤਲਬ ਵੀ ਉਹਨੇ ਬੰਦੇ ਨੇ 10-15 ਦਿਨ ਨਸ਼ਾ ਖਾਇਆ, ਰੋਜ਼ ਖਾਇਆ, 2 ਦਿਨ ਨਹੀਂ ਖਾਇਆ, ਮਿਲਿਆ ਨਹੀਂ ਜਾਂ ਪੈਸੇ ਨਹੀਂ ਸੀ ਜਾਂ ਕਿਤੇ ਕੰਮ ਤੇ ਗਿਆ ਸੀ, ਤਾਂ ਫਿਰ ਉਹਨੂੰ ਵਿਡਰੋਲ ਹੋ ਜੂ ਇਨ ਦਾ ਫਾਰਮ ਆਫ, ਜੇ ਆਪਾਂ ਕਹੀਏ ਦਰਦਾਂ ਹੋਣ ਲੱਗ ਗਈਆਂ, ਨੀਂਦ ਨਹੀਂ ਆਈ, ਘਬਰਾਹਟ ਹੋਣ ਲੱਗ ਗਈ, ਤੜਫਣ ਲੱਗ ਗਿਆ, ਇਹ ਵਿਡਰੋਲ ਹੁੰਦਾ। ਫਿਰ ਜਿਹੜੀ ਜ਼ਿਆਦਾ ਚੀਜ਼ ਥੋੜੇ ਟਾਈਮ ਤੇ ਲੈਣ ਲੱਗ ਗਏ, ਉਹ ਅਸੀਂ ਕਹਿੰਦੇ ਵੀ ਬੰਦੇ ਨੂੰ ਨਸ਼ਾ ਹੋ ਗਿਆ, ਮਤਲਬ ਨਸ਼ੇ ਦਾ ਆਦੀ ਹੋ ਗਿਆ। ਫਿਰ ਉਹ ਕੋਸ਼ਿਸ਼ ਕਰੇ ਵੀ ਨਹੀਂ ਅੱਜ ਨਹੀਂ ਮੈਂ ਲੈਣਾ, ਬਸ ਕੁਛ ਵੀ ਹੈ ਮੈਂ ਮਨ ਬਣਾ ਲਿਆ ਛੱਡ ਦੇਣਾ, ਲੇਕਿਨ ਛੱਡ ਨਹੀਂ ਪਾ ਰਿਹਾ। ਫਿਰ ਸਾਰਾ ਦਿਨ ਦਾ ਟਾਈਮ, ਸਵੇਰੇ ਉੱਠਦੇ ਸਾਰ ਬੰਦੇ ਦੀ ਸੋਚ ਇਹ ਬਣ ਜਾਂਦੀ ਹੈ ਮੈਂ ਅੱਜ ਪੈਸੇ ਕਿੱਥੋਂ ਲਿਆਉਣੇ ਆ, ਘਰ ਦੀ ਕਿਹੜੀ ਚੀਜ਼ ਵੇਚਾਂ ਤੇ ਕਿੱਥੋਂ ਮੈਂ ਨਸ਼ਾ ਕਰੂੰਗਾ। ਸੋ ਡਰਗ ਡੀਲਰਾਂ ਦੇ ਨੰਬਰ ਕੱਢਦਾ ਜਾਂਦਾ ਹੈ ਤੇ ਸਵੇਰੇ ਹੀ ਚੁੱਕ ਕੇ ਘਰੋਂ ਨਿਕਲ ਜਾਂਦਾ ਪੈਸੇ ਵੀ ਮੈਂ ਨਸ਼ਾ ਲੈ ਕੇ ਆਉਣਾ। ਇਸ ਤਰ੍ਹਾਂ ਇਸ ਬੰਦੇ ਨੇ ਵੀ ਨਸ਼ੇ ਦਾ ਆਦੀ ਲਿਆ। ਉਹਨੂੰ ਪਤਾ ਹੁੰਦਾ ਹੈ ਵੀ ਮੈਨੂੰ ਇਹ ਸਾਰੀਆਂ ਮੈਡੀਕਲ ਪ੍ਰੋਬਲਮਸ ਹੋ ਜਾਂਦੀਆਂ, ਪਰ ਉਸ ਤੋਂ ਬਾਅਦ ਵੀ ਉਹਨੇ ਨਸ਼ਾ ਲੈਣਾ, ਮਤਲਬ ਉਹ ਇੱਕ ਬੰਦੇ ਦਾ ਨਸ਼ੇ ਦਾ ਆਦੀ ਹੈ। ਤੇ ਆਪਣੇ ਜਿਹੜੇ ਸਾਰੇ ਆਕੂਪੇਸ਼ਨਲ ਸਰਵਿਸਿਜ਼ ਦੀ ਐਕਟੀਵਿਟੀਜ਼ ਹੈ ਉਹ ਛੱਡ ਦਿੰਦਾ, ਕਿਸੇ ਵਿਆਹ ਤੇ ਜਾਣਾ, ਕੋਈ ਹੋਰ ਕੰਮ ਕਰਨਾ, ਘਰ ਵਾਲਿਆਂ ਨੇ ਕਿਹਾ ਕੋਈ ਸਮਾਨ ਲੈ ਕੇ ਆਈ, ਉਹ ਸਾਰਾ ਭੁੱਲ ਗਿਆ, ਸਭ ਕੁਝ ਪਿੱਛੇ ਛੁੱਟ ਗਿਆ, ਕਿਉਂਕਿ ਬੰਦਾ ਸਿਰਫ ਨਸ਼ੇ ਦੀ ਗਿਰਫਤ ਛੁੱਟ ਰਹਿ ਜਾਂਦਾ। ਸੋ ਇਹ ਪੌਪੀ ਪਲਾਂਟ ਹੁੰਦੇ ਜਿਹਦੇ ਵੱਖਰੇ ਵੱਖਰੇ ਹਿੱਸਿਆਂ ਤੋਂ ਸਾਨੂੰ ਨਸ਼ਾ ਮਿਲਦਾ ਹੈ। ਔਰ ਇਹੀ ਪੌਦੇ ਚੋਂ ਅਸੀਂ ਇਹਨੂੰ ਸਿੰਥੈਟਿਕ ਕੰਪਾਊਂਡ ਬਣਾਈਏ, ਜਿਹੜਾ ਤੁਸੀਂ ਹੈਰੋਇਨ ਜਾਂ ਚਿੱਟਾ ਨੇ, ਉਹਨੂੰ ਹੈਰੋਇਨ ਕਿਹਾ ਜਾਂਦਾ, ਕਿਉਂਕਿ ਉਹ ਇੱਕ ਸਿੰਥੈਟਿਕ ਕੰਪਾਊਂਡ ਹੈ। ਇਸ ਤਰ੍ਹਾਂ ਇਹ ਜਿਹੜਾ ਤੁਹਾਨੂੰ ਹੁਣੇ ਦਿਖਾਇਆ ਸੀ, ਇਹ ਜਿਹੜੀ ਹੈਗੀ ਹੈਰੋਇਨ, ਚਿੱਟਾ एक स्नैक जो आपका वो है, ये काले रंग का होता है। ਕੀ ਕਰਦਾ ਨਸ਼ਾ, ਜੇ ਤੁਹਾਨੂੰ ਵੈਸੇ ਦੇਖਿਆ ਜਾਏ ਇਸ ਤਰ੍ਹਾਂ ਇਹ ਕਹਿਣਾ ਵੀ ਬੰਦਾ ਦੂਸਰੀ ਦੁਨੀਆ ਚ ਲੱਗ, ਗੋਡ ਆਫ ਮੋਰਫਿਸ ਇਹਨਾਂ ਨੂੰ ਕਹਿੰਦੇ ਸੀਗੇ। ਸੋ ਨਸ਼ਾ ਲੈ ਕੇ ਇਹ ਅਹਿਸਾਸ ਹੁੰਦਾ ਹੈ, ਇਸੇ ਕਰਕੇ ਬੰਦਾ ਇੱਕ ਵਾਰ ਨਸ਼ਾ ਲੈਂਦਾ, ਫਿਰ ਦੂਜੀ ਵਾਰ, ਫਿਰ ਤੀਜੀ ਵਾਰ, ਹੌਲੀ ਹੌਲੀ ਉਹ ਨਸ਼ੇ ਦੀ ਗਿਰਫਤ ਚ ਆ ਜਾਂਦਾ। ਇਹ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਸਿੰਪਟਮ ਦਿਖਾਏ ਹੋਏ ਹੈ ਕਿ ਬੰਦਾ ਨਸ਼ਾ ਨਾ ਲਏ ਤਾਂ ਕੀ ਹੋ ਸਕਦਾ। ਉਹਨੂੰ ਪਸੀਨਾ ਆ ਜਾਊਗਾ, ਅੱਖਾਂ ਚੋਂ ਪਾਣੀ ਆਉਣ ਲੱਗ ਜੂਗਾ, ਉਬਾਸੀਆਂ ਆਉਣਗੀਆਂ, ਉਲਟੀਆਂ ਟੱਟੀਆਂ ਲੱਗ ਜਾਣਗੀਆਂ, ਫਿਰ ਉਹਨੂੰ ਦਰਦਾਂ ਹੋਣਗੀਆਂ, ਨੀਂਦ ਨਹੀਂ ਆਊਗੀ, ਬਲੱਡ ਪ੍ਰੈਸ਼ਰ ਵੀ ਵੱਧ ਜੂਗਾ, ਹਾਰਟ ਵੀ ਵੱਧ ਜੂਗਾ। ਇਹ ਸਾਰਾ ਕੁਝ ਜੇ ਨਸ਼ਾ ਨਾ ਮਿਲੇ ਤਾਂ ਉਸ ਤੋਂ ਬੰਦੇ ਨੂੰ ਹੋ ਸਕਦਾ ਹੈ। ਫਿਰ ਨਸ਼ਾ ਲੈਣ ਨਾਲ ਕੀ ਹੋ ਸਕਦਾ ਹੈ, ਬੰਦੇ ਨੇ ਨਸ਼ਾ ਵੱਧ ਲੈ ਲਿਆ, ਉਹਨੂੰ ਦੌਰਾ ਪੈ ਸਕਦਾ ਹੈ, ਹੋਰ ਜ਼ਿਆਦਾ ਲੈ ਲਿਆ ਤਾਂ ਸਿੱਧਾ ਉਹਦੇ ਰੈਸਪੀਰੇਟਰੀ ਡਿਪਰੈਸ਼ਨ, ਮਤਲਬ ਉਹਨੂੰ ਸਾਹ ਨਹੀਂ ਆਊਗਾ, ਉਹ ਇੱਕਦਮ ਸ਼ੌਕ 'ਚ ਚਲਾ ਜਾਊਗਾ। ਫਿਰ ਕਿਉਂਕਿ ਟੀਕੇ ਨਾਲ ਜਾਂਦੇ ਆ, ਸੋ ਹੈਪੇਟਾਈਟਸ ਬੀ, ਸੀ, ਐਚ ਬਹੁਤ ਕਾਮਨ ਹੋ ਗਿਆ, ਬਹੁਤ ਸਾਰੇ ਮਰੀਜ਼ ਅੱਜ ਕੱਲ੍ਹ ਪਾਏ ਜਾਂਦੇ ਆ। ਕਿਉਂਕਿ ਸਾਹ ਦੇ ਰਸਤੇ ਰਹਿੰਦਾ, ਸੋ ਚੈਸਟ ਕੰਪਲਿਕੇਸ਼ਨ ਹੋ ਸਕਦੀਆਂ, ਫਿਰ ਸੈਕਸ ਰਿਲੇਟਿਡ ਪ੍ਰੋਬਲਮ ਹੋ ਸਕਦੀਆਂ, ਫਿਰ ਪੈਰਾਫੀਜ਼ੀਆ, ਮਤਲਬ ਉਹਨੇ ਟੀਕਾ ਲਾਇਆ ਤੇ ਕਿਸੇ ਗਲਤ ਲੱਗ ਗਿਆ, ਉਹ ਲੱਤ ਬਾਂਹ ਖੜ ਜੂਗੀ। ਉਸ ਤੋਂ ਵੀ ਉੱਪਰ ਕੀ ਹੈ, ਬਿਮਾਰੀਆਂ ਹੋ ਸਕਦੀਆਂ। ਸੋ ਕਈ ਵਾਰ ਇਹ ਵੀ ਨਸ਼ਾ ਲੈਂਦੇ ਬੰਦਿਆਂ ਨੂੰ ਜਦੋਂ ਛੱਡਦੇ ਆ ਜਾਂ ਲੈਂਦੇ ਉਦੋਂ ਉਦਾਸੀ ਦੀ ਪ੍ਰੋਬਲਮ ਹੋ ਜਾਂਦੀ ਹੈ, ਫਿਰ ਸ਼ੱਕ ਵਹਿਮ ਦੀ, ਗੁੱਸੇ ਦੀ ਪ੍ਰੋਬਲਮ ਹੋ ਜਾਂਦੀ ਹੈ, ਘਰਦਿਆਂ ਨਾਲ ਲੜ ਪੈਂਦਾ, ਇਸ ਤਰ੍ਹਾਂ ਗੱਲ ਨਹੀਂ ਕਰਨੀ, ਉਹਨੇ ਚ ਪਏ ਰਹਿਣਾ। ਸੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਐਸੋਸੀਏਟਡ ਹੋ ਸਕਦੀਆਂ।
ਤੁਸੀਂ ਦੇਖਿਆ ਵੀ ਹੋਊਗਾ ਜਾਂ ਕਦੇ ਸੁਣਿਆ ਹੋਊ ਕਈ ਵਾਰ ਕੀ ਹੁੰਦਾ ਜਿਵੇਂ ਹੁਣ ਤਿਉਹਾਰਾਂ ਤੇ ਹੋਲੀ ਤੇ ਸ਼ਿਵਰਾਤਰੀ ਭੰਗ ਮਿਲਦੀ ਆ। ਸੋ ਸਾਡੇ ਕੋਲ ਵੀ ਮਰੀਜ਼ ਆਉਂਦੇ ਆ, ਤੁਸੀਂ ਕਦੇ ਨਾ ਕੋਈ ਕਦੇ ਦੇਖਿਆ ਹੋਊ ਇਹਨੇ ਭੰਗ ਲੈ ਲਈ ਲੈ ਕੇ ਬੰਦਾ ਅਜੀਬ ਜਿਹਾ ਕਰਨ ਲੱਗ ਜਾਂਦਾ ਹੈ, ਇੱਕੋ ਚੀਜ਼ ਬਾਰ ਬਾਰ ਬੋਲੀ ਜਾਂਦਾ ਹੈ, ਸਾਨੂੰ ਉਹਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ। ਫਿਰ ਉਸ ਤੋਂ ਬਾਅਦ ਇਹ ਬਿਮਾਰੀ ਬੜੀ ਲੰਬੀ ਹੋ ਜਾਂਦੀ ਹੈ, ਜੀ ਸਾਈਕੋਸਿਸ ਕਹਿੰਦੇ ਆ ਆਪਣੀ ਭਾਸ਼ਾ 'ਚ। ਹੋਰ ਕੀ ਹੋ ਸਕਦਾ ਹੈ, ਇਹ ਤਾਂ ਹੋ ਗਿਆ ਬੋਡੀ ਦੀਆਂ ਪ੍ਰੋਬਲਮਸ ਹੈ ਨਾ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ। ਜਿੰਨਾ ਬੰਦਾ ਨਸ਼ੇ ਲੈਂਦੇ ਆ, ਤੇਜ਼ ਗੱਡੀ ਚਲਾਉਂਦੇ ਆ, ਰੁਕਦੇ ਆ, ਫਿਰ ਗੁੱਸਾ, ਸਵੇਰੇ ਲੜੇ ਪਿਓ ਨੇ ਪੈਸੇ ਨਹੀਂ ਦਿੱਤੇ, ਚਲੋ ਜੀ ਪਿਓ ਤੇ ਹੱਥ ਚੁੱਕਤਾ, ਪਿਓ ਤੇ ਹੀ ਅਟੈਕ ਕਰਤਾ। ਫਿਰ ਇੰਕਰੀਜ਼ ਇੰਸੀਡੈਂਸ ਡੋਮੈਸਟਿਕ ਵਾਇਲੈਂਸ, ਪਤਨੀ ਨੇ ਮਨਾ ਕੀਤਾ ਬਾਹਰ ਨਹੀਂ ਜਾਣਾ ਜਾਂ ਕੁਝ ਵੀ ਕਿਹਾ, ਉੱਥੇ ਹੀ ਡੋਮੈਸਟਿਕ ਵਾਇਲੈਂਸ, ਬੱਚਿਆਂ ਦੇ ਵੀ ਗੁੱਸਾ, ਫਿਰ ਬ੍ਰੇਕਡਾਊਨ ਆਫ ਮੈਰਿजेस ਹੋ ਜਾਂਦੀਆਂ। ਸੋ ਅੰਤ ਪੰਤ ਘਰ ਟੁੱਟ ਜਾਂਦੇ ਆ। ਸੋ ਐਸੇ ਤਰ੍ਹਾਂ ਐਲਕੋਹਲ ਦੀ ਹੈ, ਐਲਕੋਹਲ ਦਾ ਦੇਖਣਾ ਹੁੰਦਾ ਕਿ ਮੈਂ ਕਿਸ ਤਰ੍ਹਾਂ ਲੈ ਉਹਨੂੰ ਗੁੱਸਾ ਤਾਂ ਨਹੀਂ ਚੜਦਾ, ਉਹਨੇ ਕਦੇ ਘਟਾਉਣ ਦੀ ਕੋਸ਼ਿਸ਼ ਕੀਤੀ। ਇਹ ਸਰਟਨ ਸਵਾਲ ਜਿਨ੍ਹਾਂ ਨੂੰ ਅਸੀਂ ਕੇਸ ਕੁਐਸਚਨ ਕਹਿੰਦੇ ਪੁੱਛੇ ਆ, ਚੱਲਦਾ ਕਿ ਬੜਾ ਸ਼ਰਾਬ ਦਾ ਆਦੀ ਹੋਇਆ ਵਾ। ਸੋ ਇਹ ਹੈਗਾ ਵੀ ਕੀ ਹੋ ਜਾਂਦਾ ਜਦੋਂ ਅਸੀਂ ਦਾਰੂ ਪੀਂਦੇ ਆ। ਦੇਖੋ ਜ਼ਿਆਦਾ ਪੀਤੀ ਗੁੱਸਾ ਆਉਣ ਲੱਗ ਗਿਆ, ਫਿਰ ਉਹਦੀ ਚਾਲ ਖਰਾਬ ਹੋ ਜਾਂਦੀ ਹੈ, ਫਿਰ ਉਹ ਆਪਣੇ ਕੰਮ ਨਹੀਂ ਕਰ, ਫਿਰ ਜਦੋਂ ਨਹੀਂ ਲੈ ਰਿਹਾ ਫਿਰ ਉਹੀ ਵੋਮਿਟਿੰਗ, ਸਵੈਟਿੰਗ, ਉਲਟੀ ਟੱਟੀਆਂ, ਘਬਰਾਹਟ, ਕਨਫਿਊਜ਼ਨ, ਫਿਰ ਦੌਰੇ ਤੱਕ ਪੈ ਸਕਦੇ ਆ। ਲੇਟਰ ਔਨ ਜੇ ਬਹੁਤ ਜ਼ਿਆਦਾ ਦਾਰੂ ਪੀ ਰਿਹਾ ਬੰਦਾ, ਬਹੁਤ ਲੰਬੇ ਸਮੇਂ ਤੱਕ ਛੱਡਣ ਦੀ ਨਹੀਂ ਕੋਸ਼ਿਸ਼ ਕਰ ਰਿਹਾ, ਨਹੀਂ ਛੱਡ ਹੋ ਰਹੀ, ਉਹਨੂੰ ਅੰਤ ਲੀਵਰ ਫੇਲ ਹੋ ਸਕਦਾ ਹੈ, ਪੈਨਕ੍ਰੀਆਸ ਦਾ ਫੇਲ ਹੋ ਸਕਦਾ ਹੈ, ਦੌਰੇ ਪੈ ਸਕਦੇ ਆ, ਫਿਰ ਸ਼ੂਗਰ ਵੀ ਹੋ ਸਕਦੀ ਹੈ, ਫਿਰ ਡਿਮੈਂਸ਼ੀਆ, ਇਹ ਪ੍ਰੋਬਲਮ ਹੁੰਦੀ ਹੈ ਬੁਢਾਪੇ ਦੀ, ਜਿਸ ਬੰਦੇ ਦੀ ਯਾਦਦਾਸ਼ਤ ਚਲੀ ਜਾਂਦੀ ਹੈ। ਸੋ ਇਹ ਪ੍ਰੋਬਲਮ ਸ਼ਰਾਬ ਪੀਣ ਵਾਲੇ ਬੰਦਿਆਂ 'ਚ ਜਲਦੀ ਹੋਣ ਲੱਗ ਜਾਂਦੀ ਹੈ। ਸੋ ਦਿਮਾਗੀ ਬਿਮਾਰੀਆਂ ਬਹੁਤ ਸਾਰੀਆਂ, ਸ਼ੱਕ ਵਹਿਮ ਦੀ ਬਿਮਾਰੀ, ਗੁੱਸਾ ਆਉਣਾ, ਇਹ ਸਾਰੀਆਂ ਬਹੁਤ ਕਾਮਨ ਨਸ਼ੇ ਵਾਲੇ ਮਰੀਜ਼ਾਂ 'ਚ ਜਲਦੀ ਹੋਣ ਲੱਗ ਜਾਂਦੀ ਹੈ। ਸੋ ਇਹ ਹੈ ਕੋਕੇਨ ਦਾ ਪੌਦਾ, ਇਹਦੇ 'ਚ ਵਾਈਟ ਪਾਊਡਰ ਦੀ ਫਾਰਮ 'ਚ ਮਿਲਦਾ ਹੈ। ਇੱਕ ਪਿਕਚਰ ਮੈਂ ਤੁਹਾਡੇ ਲਈ ਵੀ ਆਈ ਹੈ ਵੀ ਕਿਸ ਤਰ੍ਹਾਂ ਲੈਂਦੇ ਆ। ਚਿੱਟਾ ਜਿਹੜਾ ਲਾਈਨ ਲਗਾ ਕੇ ਕਹਿੰਦੇ ਇੱਕ ਲਾਈਨ ਦੋ ਲਾਈਨ ਜਿੱਦਾਂ ਅਸੀਂ ਪੁੱਛੀਦਾ ਨਾ, ਤੇ ਉਹ ਇੱਕ ਨੋਟ ਨੂੰ ਰੋਲ ਕਰ ਲਿਆ ਤੇ ਉਹਦੇ ਨਾਲ ਉਹਨੂੰ ਸਨਿਫ ਕਰ ਰਹੇ ਆ। ਸੋ ਇਹ ਸਰ ਹੈ ਜਿਨ੍ਹਾਂ ਨੇ ਇਹ ਲੈਂਦੇ ਸੀ ਕੋਕੇਨ। ਸੋ ਫੇਮਸ ਪਰਸਨੈਲਿਟੀ ਹੈ ਵੀ ਹੈ ਜਿਹਦੇ ਤੁਸੀਂ ਸੁਣਿਆ ਹੋਊਗਾ, ਮਾਈਕਲ ਜੈਕਸਨ ਦਾ ਨਾਮ ਸੁਣਿਆ ਸਾਰਿਆਂ ਨੇ। ਸੋ ਮਾਈਕਲ ਜੈਕਸਨ ਵੀ ਜਦੋਂ ਮ੍ਰਿਤ ਪਾਏ ਗਏ ਸੀ, ਉਹਨਾਂ ਦੀ ਬੋਡੀ 'ਚ ਡਰੱਗਸ, ਉਹਨਾਂ ਦੇ ਕਮਰੇ 'ਚ ਵੀ, ਸੋ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ। ਹੁਣੇ ਉਹਨੂੰ ਤਾਂ ਛੱਡੋ, ਹੁਣੇ ਆਪਣੇ ਇੰਡੀਆ 'ਚ ਹੀ ਲੈ ਲਓ, ਸੁਸ਼ਾਂਤ ਸਿੰਘ ਰਾਜਪੂਤ ਦਾ ਕੇਸ ਹਾਲੇ ਤੱਕ ਸੋਲਵ ਨਹੀਂ ਹੋ ਸਕਾ, ਤੇ ਉਸ ਕੇਸ ਵਿੱਚ ਅਸੀਂ ਦੇਖੀਏ ਤਾਂ ਡਰੱਗਸ ਦਾ ਹੀ ਮਾਮਲਾ ਜਿਹੜਾ ਬਾਰ-ਬਾਰ ਸਾਹਮਣੇ ਆ ਰਿਹਾ। ਸੋ ਬਹੁਤ ਸਾਰੇ ਏਦਾਂ ਦੇ ਆਪਣੇ ਬਾਲੀਵੁੱਡ 'ਚ ਤੁਹਾਨੂੰ ਮਿਲ ਜਾਣਗੇ, ਜਿਹੜੇ ਸੰਜੇ ਦੱਤ ਦੀ ਐਗਜ਼ਾਮਪਲ ਲੈ ਲਓ ਤੁਸੀਂ, ਉਹ ਵੀ ਇਹਨਾਂ ਕੰਮਾਂ ਪਿੱਛੇ ਹੀ ਫੜਿਆ ਗਿਆ, ਪਕੜਿਆ ਗਿਆ। ਇਵਨ ਸ਼ਾਹਰੁਖ ਖਾਨ ਨਿਕੋਟਿਨ ਡਿਪੈਂਡੈਂਸ ਦਾ ਬਹੁਤ ਵੱਡਾ ਸ਼ਿਕਾਰ ਹੈ। ਇਸ ਤੇ ਤਾਂ ਇੱਕ ਵਾਰ ਇਹਨੂੰ ਅੰਮ੍ਰਿਤਸਰ ਤੇ ਕਾਲਜ ਵਿੱਚ ਸਿਗਰਟ ਪੀਂਦੇ ਹੋਏ ਫਾਈਨ ਵੀ ਕੀਤਾ ਗਿਆ ਸੀ। ਸੋ ਬਹੁਤ ਸਾਰੀਆਂ ਵੱਡੀਆਂ ਪਰਸਨੈਲਿਟੀਜ਼ ਹੈ ਜਿਨ੍ਹਾਂ ਤੋਂ ਕੁਝ ਗਲਤ ਮੈਸੇਜ ਵੀ ਮਿਲ ਜਾਂਦੇ ਆ। ਸੋ ਨਿਕੋਟਿਨ, ਟੋਬੈਕੋ, ਜਿਵੇਂ ਤੁਹਾਨੂੰ ਦੱਸਿਆ ਸਿਗਰਟ, ਬੀੜੀ, ਚੈਨੀ ਖੈਨੀ, ਪਾਨ ਮਸਾਲਾ, ਇਹ ਸਭ 'ਚ ਮਿਲਦੀਆਂ। ਸੋ ਕੀ ਹੁੰਦਾ, 300 ਯੰਗ ਪੀਪਲ ਰੋਜ਼ ਸਮੋਕਿੰਗ ਕਰਦੇ ਆ, 50,000 ਟੀਨੇਜਰ ਏਸ਼ੀਆ ਜਿਹੜੇ ਹੈਗੇ ਉਹ ਸਮੋਕਿੰਗ ਦੇ ਪਾਏ ਗਏ ਆ। ਹੁੰਦਾ ਕੀ ਹੈ, ਇੱਕ ਬੰਦਾ ਜਿਹੜਾ ਇੱਕ ਪੈਕੇਟ ਸਿਗਰਟ ਪੀਂਦਾ, ਡੋਪਾਮਾइन ਰਿਲੀਜ਼ ਹੋਈ, ਖੁਸ਼ੀ ਮਿਲੂਗੀ, ਉਹਦਾ ਕੇਅਰ ਸੈਂਟਰ ਐਕਟੀਵੇਟ ਹੋ ਜਾਊਗਾ, ਇਸ ਕਰਕੇ ਆਦੀ ਬਣ ਜਾਂਦੇ ਔਰ ਉਹ ਤੋਂ ਸਿਗਰਟ ਨਹੀਂ ਛੱਡੀ ਜਾਂਦੀ। ਸੋ ਇਹ ਸਾਰੇ ਜਿਹੜੇ ਹੈ ਲੌਂਗ ਮਤਲਬ ਟਰਮ ਇਫੈਕਟ ਹੈ ਜਦੋਂ ਅਸੀਂ ਸਿਗਰਟ ਨਹੀਂ ਛੱਡਦੇ। ਬ੍ਰੌਂਕਾਈਟਿਸ, ਸਮੋਕਿੰਗ, ਹਾਰਟ ਦੀ ਡਿਜ਼ੀਜ਼ ਹੋ ਜਾਂਦੀ ਹੈ, ਫਿਰ ਕੈਂਸਰ ਹੋ ਜਾਂਦਾ ਉਹਦਾ ਵੀ ਤੇ ਲੰਗਸ ਦਾ ਵੀ। ਧੀਰੇ ਆ ਸਾਰੇ ਤਰ੍ਹਾਂ ਦੇ ਕੈਂਸਰ ਮੈਂ ਤੁਹਾਨੂੰ ਦਿਖਾ ਰਹੀ ਹਾਂ, ਓਰਲ ਕੈਂਸਰ, ਇਹ ਸਾਰੇ ਇਹਦੇ ਨਾਲ ਹੋ ਸਕਦੇ ਆ। ਸੋ ਬੇਸਿਕ ਜੇ ਆਪਾਂ ਦੇਖੀਏ ਵੀ
एडिक्शन तो होगी, मुश्किल भी नहीं है। सो अगर किसी का आस पास या कोई भी ऐसा बंदा है ਜਿਹੜਾ ਨਸ਼ੇ ਦੀ ਗਿਰਫਤ ਚ ਪੈ ਗਿਆ, तो ਉਹਦੇ ਨਾਲ ਗੁੱਸਾ ਨਹੀਂ ਕਰਨਾ। ਜਿੱਦਾਂ ਸਰ ਨੇ ਵੀ ਕਿਹਾ, ਉਹਨੂੰ ਪਿਆਰ ਦੀ ਨਾਲ ਹੀ ਸਮਝਾਉਣਾ ਤੇ ਉਹਦਾ ਆਪਾਂ ਇਲਾਜ ਕਰਾਇਆ ਜਾ ਸਕਦਾ। ਤੇ ਇਹਦੇ ਵਿੱਚ ਜਿਹੜਾ ਟ੍ਰੀਟਮੈਂਟ ਹੈ ਉਹ ਕੱਲਾ ਸਿਰਫ ਇਹ ਨਹੀਂ ਵੀ ਦਵਾਈਆਂ ਨਾਲ ਹੋ ਜੀ, ਉਹਦੇ ਨਾਲ ਉਹਦੀ ਸੋਸ਼ਲ ਲਾਈਫ, ਸਾਰੇ ਬੰਦੇ ਜਿਹੜੇ ਹੈਗੇ ਉਹਦੀ ਵੈਲਫੇਅਰ ਚ ਖੜੇ ਹੋਣੇ ਚਾਹੀਦੇ ਆ। ਐਂਡ ਇੱਕ ਰਿਕਵਰੀ ਤੁਸੀਂ ਕਹਿ ਰਹੇ ਹੋ ਆ ਗਿਆ ਪ੍ਰੀਤ ਜੀ, ਹਾਂਜੀ 10-12 ਦਿਨ ਚ ਇਲਾਜ ਹੋ ਜੂਗਾ। ਉਹ 10-12 ਦਿਨ ਤਾਂ ਠੀਕ ਹੈ, ਹਸਪੀਟਲ ਦਾ ਇਲਾਜ ਹੈ, ਲੇਕਿਨ ਉਸ ਤੋਂ ਬਾਅਦ ਵੀ ਇੱਕ ਲੌਂਗ ਟਰਮ ਪ੍ਰੋਸੈਸ ਹੈ। ਤੇ ਉਸ ਤੋਂ ਬਾਅਦ ਮਲਟੀ ਐਪੀਸੋਡ ਹੁੰਦੀ, ਪਹਿਲਾਂ ਨਸ਼ਾ ਸਾਫ਼ ਕੀਤਾ, ਫਿਰ ਉਹ ਦੁਬਾਰਾ ਨਾ ਲਏ, ਫਿਰ ਉਹਨੂੰ ਨਸ਼ਾ ਛੱਡਣ ਨਾਲ ਕੀ ਪ੍ਰੋਬਲਮਸ ਆ ਰਹੀਆਂ, ਦੁਬਾਰਾ ਉਸ ਪਾਸੇ ਕਿਉਂ ਜਾ ਰਿਹਾ ਹੈ, ਇਹ ਸਾਰਾ ਵੀ ਸਾਨੂੰ ਨਾਲ ਟੈਕਲ ਕਰਨਾ ਪੈਂਦਾ ਹੈ। ਔਰ ਕੋਈ ਹੋਰ ਸਾਈਕੈਟ੍ਰਿਕ ਡਿਸਆਰਡਰ ਹੈ ਉਹਦੇ ਚ, ਤਾਂ ਉਹਨੂੰ ਵੀ ਟ੍ਰੀਟ ਕਰਨਾ ਪੈਂਦਾ। फिर दवाइयां दे सकते हैं, लेकिन करनियां वो नहीं काम करनगियां। काउंसलिंग, बिहेवियर थेरेपी दा बहुत बड़ा रोल है। फैमिली थेरेपी, ग्रुप थेरेपी, जेड़ा बेस्ट कॉम्बिनेशन यही है भी ये सारा कुछ आपां नूं इकट्ठे मिलके करना। सो इंडिविजुअल काउंसलिंग, ग्रुप थेरेपी, फैमिली थेरेपी। निकोटीन ਲਈ ਵੀ ਬਹੁਤ ਸਾਰੀਆਂ ਚੀਜ਼ਾਂ ਹੁਣ ਅਵੇਲੇਬਲ ਹੈ, ਜਿਵੇਂ ਪਹਿਲਾਂ ਨਹੀਂ ਸੀ, ਦਵਾਈਆਂ ਵੀ ਆਉਂਦੀਆਂ, ਪੈਚ ਵੀ ਆਉਂਦੇ ਹੈ, ਠੀਕ ਹੈ। ਫਿਰ ਕੁਝ ਸਰਟਨ ਇਦਾਂ ਦੇ ਪਿਸਟਲਸ, ਗਮਸ ਵੀ ਆਉਂਦੇ ਆ ਜਿਹੜੇ ਆਪਾਂ ਪੇਸ਼ੈਂਟ ਨੂੰ ਉਸ ਟਾਈਮ ਦੇ ਸਕਦੇ ਹਾਂ। ਸਾਈਕ ਐਜੂਕੇਸ਼ਨ ਆਫ ਦਾ ਪੇਸ਼ੈਂਟ ਬਹੁਤ ਜ਼ਰੂਰੀ ਹੈ। ਸੀਬੀਟੀ ਇਹ ਵੀ ਇੱਕ ਤਰ੍ਹਾਂ ਦੀ ਥੈਰੇਪੀ ਹੁੰਦੀ ਹੈ, ਕੀਤੀ ਜਾ ਸਕਦੀ ਹੈ, ਕੋਗਨੀਟਿਵ ਬਿਹੇਵੀਅਰ ਥੈਰੇਪੀ। तो ज्यादा टाइम नहीं लेंदे होए एक कुछ पिक्चर मैं तुहानू दिखा रही हूं। देखो यही साडा मैसेज है, टेक होम मैसेज जिहड़ा मैं तुहानू देना चाहती हां। ड्रग्स मेक हीरोज इनटू जीरोज। सो जिहड़ा भी बंदा नशा लैंदा है या नशे की गिरफ्त च आंदा है, वो ये समझ ले कि हीरो नू भी ड्रग्स जीरो बना देंदी है। तो नेवर टच देम। सो कदे भी पीयर प्रैशर या किसी भी प्रैशर या किसी भी तरीके नाल तुसी प्लीज नशे नू ना टच करो, कदे भी इनू लैण दी कोशिश ना करो। सो ਹੁਣ ਸਭ ਤੋਂ ਵੱਡਾ ਸਵਾਲ ਆਉਂਦਾ ਹੈ, ਅੱਜ ਸਾਡਾ ਪਹਿਲਾਂ ਵੀ ਇੱਕ ਸਕੂਲ ਦੇ ਨਾਲ ਤਾਂ ਉਹਦੇ ਚ ਵੀ ਛੋਟੇ ਬੱਚੇ ਸੀ ਨਾ, ਸੋ ਉਹਨਾਂ ਨੇ ਪੁੱਛਿਆ ਵੀ ਕਿਸ ਤਰ੍ਹਾਂ ਪਛਾਣਿਆ ਜਾ ਸਕਦਾ ਹੈ, ਕੀ ਚੇਂਜਸ ਪੈਰੈਂਟਸ ਨੂੰ ਆਪਣੇ ਬੱਚਿਆਂ 'ਚ ਦੇਖਣੇ ਚਾਹੀਦੇ ਆ। ਸੋ ਅੱਖਾਂ ਲਾਲ ਹੋ ਜਾਣਾ, ਇੱਕ ਪਾਸੇ ਦੇਖੀ ਜਾਣਾ, ਅੱਖਾਂ ਦੇ ਨੀਚੇ ਸਵੈਲਿੰਗ ਆਣਾ, ਕਲੀਅਰ ਨਾ ਬੋਲਣਾ, ਖਾਣਾ ਪੀਣਾ ਛੱਡ ਦੇਣਾ, ਧਿਆਨ ਨਾ ਰੱਖਣਾ, ਬਾਥਰੂਮ 'ਚ ਲੰਬਾ समय ਬਿਤਾਉਣਾ, ਫਿਰ ਬੋਡੀ ਤੇ ਇੰਜੈਕਸ਼ਨ ਸਾਈਟ ਮਿਲਣਾ, ਬਾਥਰੂਮ 'ਚ ਫੋਇਲ ਪੇਪਰ ਮਿਲਣਾ, ਇਹ ਸਾਰੇ ਸਾਈਨ ਹੈ ਵੀ ਜਿਹਦੇ ਨਾਲ ਅਸੀਂ ਪਛਾਣ ਸਕਦੇ ਹਾਂ ਵੀ ਬੱਚਾ ਗਲਤੀ ਨਾਲ ਨਸ਼ੇ ਆ ਚੁੱਕਿਆ। ਫਿਰ ਉਹਦੇ ਸਕੂਲ ਦੀ ਅਟੈਂਡੈਂਸ ਪੂਅਰ ਹੋ ਗਈ, फिर एकेडमिक परफॉर्मेंस पूरी हो जा रही है, बच्चा इरिटेबल रह रहा है, गुस्सा हर गल पूछे बेटा क्या खाओगे, खा लूंगा जब खाना है। सो इरिटेशन दिख रही है हर चीज। प्रेजेंस ऑफ कैंडल्स, ऑयल पेपर, लॉन्ग टाइम इन द टॉयलेट एंड घरों चीज़ां गायब हो जाना। पैसे रखे सी मिल नहीं रहे, बेटा पैसा नहीं कर सकता, अच्छा प्यारा होंगे, लेकिन अगर कोई नशे की गिरफ्त की गलती ना है तो एक चीज भी हो सकती है। तो never so you touch them, you use them। एक बार तुसी टच किया तुसी यूज करन लग जाओगे। once you get to them, एक बार तुसी यूज करन लग गए तुसी ओदे आदी हो जाओगे। and once you are used to them you are hooked। एक बार तुसी ਉਹਨਾਂ ਨੂੰ यूज ਕਰਨ ਲੱਗ ਗਏ ਤੁਸੀਂ ਉਹਦੇ ਨਾਲ ਜੁੜ ਗਏ, ਹੁੱਕ ਉਹਨੇ ਪਕੜ ਲਿਆ ਤੁਹਾਨੂੰ। and once you are hooked you become an addict। तो बहुत crucial ਜਿਹੜਾ ਹੈਗਾ first है we don't touch the drugs ever। और सबसे ਵੱਡੀ ਗੱਲ ਹੈ ਹੈਗੇ ਅਸੀਂ ਨਸ਼ੇ ਵਾਲੇ ਮਰੀਜ਼ ਨੂੰ ਨਸ਼ੇੜੀ ਨਹੀਂ ਕਹਿਣਾ, ਉਹ ਕੋਈ ਕ੍ਰਿਮੀਨਲ ਨਹੀਂ ਹੈ, ਇਜ਼ ਨਾਟ ਅ ਕ੍ਰਿਮੀਨਲ, ਹੀ ਇਜ਼ ਪੇਸ਼ੈਂਟ। ਉਹ ਸਾਡਾ ਮਰੀਜ਼ ਹੈ, ਉਹ ਇੱਕ ਇਨਸਾਨ ਹੈ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਉਹ ਨਸ਼ੇ ਲੈਣ ਲੱਗ ਗਿਆ। ਸੋ ਅਸੀਂ ਉਹਦਾ ਜਿਹੜਾ ਹੈਗਾ ਟਾਈਮ ਸਿਰ ਇਲਾਜ ਕਰਾਇਆ ਜਾਏ, ਉਹਨੂੰ ਸੇਫ ਹੱਥਾਂ 'ਚ ਰੱਖ ਕੇ ਉਹਨੂੰ ਕੰਫਰਟੇਬਲ ਕੀਤਾ ਜਾਏ, ਉਹਨੂੰ ਦੱਸਿਆ ਜਾਏ ਵੀ ਨਸ਼ਾ ਛੱਡਣਾ ਮੁਸ਼ਕਿਲ ਹੈ ਚਾਹੇ, ਲੇਕਿਨ ਇੰਪੋਸੀਬਲ ਨਹੀਂ ਹੈ।
ਸੋ ਨਸ਼ੇ ਦੀ ਗਿਰਫਤ ਚੋਂ ਬਚੋ ਤੇ ਬਚਾਓ। ਸੋ ਇਹਦੇ ਨਾਲ ਹੀ ਮੈਂ ਆਪਣਾ ਜਿਹੜਾ ਹੈਗਾ ਅੱਜ ਦਾ ਛੋਟਾ ਜਿਹਾ ਜਿਹੜਾ ਕਰ ਰਹੀ ਹਾਂ, ਤਾਂ ਕਿ ਬੱਚੇ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਉਹ ਵੀ ਆਪਾਂ ਸਾਹਮਣੇ ਲੈ ਸਕੀਏ। Thanks a lot, ma'am. Dr. Saab, thanks for your insightful presentation. And I hope ਬੱਚਿਆਂ ਨੂੰ ਬਹੁਤ ਕੁਝ ਨਵਾਂ ਪਤਾ ਚੱਲਿਆ ਹੋਵੇਗਾ ਕਿ ਕਿਵੇਂ ਅਸੀਂ ਆਈਡੈਂਟੀਫਾਈ ਕਰਨਾ ਹੈ ਇੱਕ ਡਰਗ ਐਡਿਕਟ ਨੂੰ, ਕਿਵੇਂ ਉਹਨੂੰ ਇਮੋਸ਼ਨਲ ਸਪੋਰਟ ਦੇ ਕੇ ਜਾਂ ਫਿਰ ਉਹਨੂੰ ਮੈਡੀਕਲ ਟ੍ਰੀਟਮੈਂਟ ਦੇ ਰਾਹੀਂ ਠੀਕ ਕਰਨਾ ਹੈ। ਸੋ ਬਹੁਤ ਸਾਰੇ ਕੁਐਸਚਨਸ ਨਾਲ ਚੈਟ ਬਾਕਸ ਦੇ ਵਿੱਚ ਆ ਰਹੇ ਸੀ। Now I would request all the participants ਕਿ ਉਹ hand raise ਕਰਦੇ ਰਹਿਣ ਤੇ ਮੈਂ ਉਹਨਾਂ ਨੂੰ unmute ਕਰਾਂਗੀ ਇਧਰੋਂ, ਉਹ ਆਪਣਾ ਕੁਐਸਚਨ ਪੁੱਛ ਕੇ we will take one question from each participant. So please ਆਪਣਾ ਕੁਐਸਚਨ ਪੁੱਛਣ ਦੇ ਲਈ ਨਾ ਆਪਣੇ hands raise ਕਰਦੇ ਰਹੋ so that ਮੈਂ ਇੱਕ ਇੱਕ ਕਰਕੇ unmute ਕਰਦੀ ਰਵਾਂ ਸਾਰਿਆਂ ਨੂੰ and then ਤੁਸੀਂ ਆਪਣਾ ਸਵਾਲ ਪੁੱਛ ਸਕੋ। Yes everyone. Muskan wants to ask, please Muskan, please unmute yourself. Yes, ma'am. Ji. Ma'am, I want to put that, what do you mean by opioids? Opioids ਕੀ ਬੇਟਾ ਹੁੰਦੀ? ਇੱਕ opioids ਬੇਟਾ ਇੱਕ broad category ਹੈ। ਜਿਹੜੇ ਤੁਸੀਂ ਸਾਰੇ ਦੇਖਦੇ ਹੋ ਨਾ, ਅਫੀਮ, ਚਿੱਟਾ, डोडे, पुक्की, चिट्टा, हेरोइन, ये सारा एक broad category होती है opioids, उसको कहते हैं opioids। Okay, ma'am. Thank you. Okay, so next question. नशों का ही नाम है, broad है, उसके अंदर सारे आते हैं। So next question. Please raise your hand so that we may get to know that you want to ask. एक क्वेश्चन मैम गुरसिमरन सिंह वालों है। There were students from school as well, 10+2, 10+1 के students ने भी हमें join करा था। So he is asking मैम क्यों ना पिंड पद्धर ते कैंप लगाए जान ਤਾਂ ਜੋ ਨਸ਼ੇ ਦੇ ਖਿਲਾਫ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ। So it's a suggestion, yes. ਹਾਂ ਨਹੀਂ ਇਹਨਾਂ ਨੇ ਬਹੁਤ ਵਧੀਆ ਸੁਜੈਸ਼ਨ ਦਿੱਤਾ। ਸੋ ਇਸ ਤਰ੍ਹਾਂ ਦੇ ਕੈਂਪ, ਅਵੇਅਰਨੈਸ ਕੈਂਪ ਜ਼ਰੂਰ ਆਰਗੇਨਾਈਜ਼ ਕਰਨੇ ਚਾਹੀਦੇ ਆ ਤਾਂ ਕਿ ਜਿਹੜੇ ਨਸ਼ੇ ਵਾਲੇ ਮਰੀਜ਼ ਆ ਉਹਨਾਂ ਦੇ ਘਰ ਵਾਲਿਆਂ ਨੂੰ ਇੰਨੀ ਐਟਲੀਸਟ ਉਹਨਾਂ ਨੂੰ ਪਤਾ ਤਾਂ ਹੋਵੇ ਨਾ ਵੀ ਇਹ ਬਿਮਾਰੀ ਹੈ ਔਰ ਇਹਦਾ ਇਲਾਜ ਸੰਭਵ ਹੈ, ਕਿ ਉਹ ਸਾਹਮਣੇ ਆਣ, ਡਰਨ ਨਾ, ਛੁਪਣ ਨਾ, ਤਾਂ ਇਹ ਨਾ ਸੋਚਣ ਵੀ ਇਹਦਾ ਇਲਾਜ ਸੰਭਵ ਨਹੀਂ ਹੈ। ਬਹੁਤ ਵਧੀਆ ਗੱਲ ਕੀਤੀ ਜੀ। And there's another question. In the meanwhile, ma'am, I would request you to stop sharing your screen. Okay, yeah. Yeah. And there's a question from Sumaira Alam. She's asking that, ma'am, educated person ਤੇ uneducated person ਕਿਵੇਂ responsible ਹੈ drugs ਦੇ ਲਈ, ਤੇ ਦੋਨਾਂ ਨੂੰ ਕਿਵੇਂ ਸੇਵ ਕਰੀਏ? Okay. Educated person तो बेटा वो हर तरह की नॉलेज आजकल गूगल से ले लेता है। सो उसको पता होता है कि ड्रग्स क्या है क्या नहीं है, जब वो ले रहा है तब भी पता है। सो उसको तो बाकी लोगों को अगर उसको पता है, उसके आसपास कोई भी उसको लगता है, उसका फ्रेंड स्कूल में, क्लास में या जहाँ पे वो काम करता है, तो उसको उसकी हेल्प करनी चाहिए। उसको लेके डॉक्टर के पास या साइकियाट्रिस्ट के पास जरूर लेके जाना चाहिए। There's another, yeah. हाँ जी। Yeah, there's another question from Jashanpreet. He's asking that, ma'am, is long-term addiction also treatable? Yes, ਬਿਲਕੁਲ। ਕਈ ਸਾਰੇ ਮਰੀਜ਼ ਸਾਡੇ ਕੋਲ ਆਉਂਦੇ ਬੇਟਾ ਜਿਹੜੇ 20 ਸਾਲ 25 ਸਾਲਾਂ ਤੋਂ ਨਸ਼ੇ ਲੈਂਦੇ ਆ, ਲੇਕਿਨ ਨਹੀਂ ਇਲਾਜ ਕਰਾ ਪਾਉਂਦੇ ਆ, ਕੁਝ ਨਹੀਂ ਛੱਡ ਪਾਉਂਦੇ। ਸੋ ਅਗਰ ਮਨ ਪੱਕਾ ਹੈ, ਸਭ ਤੋਂ ਪਹਿਲਾਂ ਇਰਾਦਾ ਪੱਕਾ ਹੋਣਾ ਬਹੁਤ ਜ਼ਰੂਰੀ ਹੈ। ਜੇ ਮਨ ਪੱਕਾ ਤਾਂ ਸਭ ਕੁਝ ਸੰਭਵ ਹੈ। ਜਿੱਦਾਂ ਮੈਂ ਕਿਹਾ ਤੁਹਾਨੂੰ, ਇਹ ਮੁਸ਼ਕਿਲ ਹੈ ਲੇਕਿਨ ਇੰਪੋਸੀਬਲ ਨਹੀਂ ਹੈ। There's another question, ma'am, that Kavita is asking that she can't understand this psychiatric disorders, especially delusional disorder. Okay. Is it something which is related to drug addiction? Yes, drug addiction में हो जाता है, especially alcohol में। Delusion ਦਾ ਮਤਲਬ ਹੁੰਦਾ ਸ਼ੱਕ ਵਹਿਮ ਹੋ ਜਾਣਾ। ਜਿੱਦਾਂ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ। ਤੁਹਾਡੀ ਲੈਵਲ ਦੀ ਨੌਲੇਜ ਲਈ ਮੇਰਾ ਇਹ ਹੈ ਵੀ ਜਿੱਦਾਂ ਕੋਈ ਪਤੀ ਆਪਣੀ ਪਤਨੀ ਤੇ ਸ਼ੱਕ ਕਰਨ ਲੱਗ ਜਾਏ ਵੀ ਇਹਦਾ ਸੰਬੰਧ ਕਿਸੇ ਹੋਰ ਨਾਲ ਹੈ, ਸੋ ਇੱਕ ਕਿਸਮ ਦੀ ਡਿਲੂਜਨ ਹੈ। ਜਾਂ ਉਹਨੂੰ ਲੱਗੇ ਵੀ ਕੋਈ ਮੇਰੇ ਵੱਲ ਦੇਖੀ ਜਾਂਦਾ, ਕੋਈ ਮੇਰੇ ਤੇ ਨਜ਼ਰਾਂ ਰੱਖ ਰਿਹਾ, ਮੇਰੇ ਖਾਣੇ ਜ਼ਹਿਰ ਮਿਲਾ ਕੇ ਦੇ ਰਿਹਾ।
ਸੋ ਇਹਨੂੰ ਅਸੀਂ ਡਿਲੂਜਨ ਕਹਿੰਦੇ ਆ, ਮਤਲਬ ਬੰਦੇ ਦੇ ਮਨ ਚ ਇੱਕ ਵਿਸ਼ਵਾਸ ਹੋ ਜਾਂਦਾ ਜਿਹੜਾ ਝੂਠਾ ਹੁੰਦਾ। ਸੋ ਅਗਰ ਉਹ ਪੱਕਾ ਕਰਨ ਲਾ, ਉਹ ਬੰਦੇ ਨੂੰ ਹੁੰਦਾ ਵੀ ਮੈਨੂੰ ਇਹ ਹੈਗਾ, ਸੋ ਇਹਨੂੰ ਅਸੀਂ ਡਿਲੂਜਨਲ ਡਿਸਆਰਡਰ ਕਹਿੰਦੇ ਆ। ਔਰ ਇਹ ਸ਼ਰਾਬ ਵਾਲੇ ਪੇਸ਼ੈਂਟਸ ਤਾਂ ਬਹੁਤ ਕਾਮਨਲੀ ਪਾਇਆ ਜਾਂਦਾ। So at the same time, we are getting feedback as well. So Mr. Surindrapal Agnihotri is saying that thanks for making part of this webinar. We have learned a lot from Dr. Sahib. And he is principal at Government Senior Secondary School, Gobindpur, Banga, SPS Nagar. So he had also joined. Thank you very much, Surindrapal sir, to join us and to participate in the event. And there are certain other questions we will take. Yeah. Ma'am, there's any global effect of drugs on human body? Yes, it's all already there, ma'am. It's already सारा body पे ही affected था होना। Vandana Sharma wants to ask a question. Please ask your question, Vandana. Good evening, ma'am. Yeah, good Good evening. evening. मैम मेरा मैम क्वेश्चन है कि जैसे मैम जब कोई ड्रग स्टार्ट करता है, Just a minute, Vandana. फैमिली मेंबर, Just a minute, Vandana. I would like that आप अपना वीडियो भी हमारे साथ शेयर कीजिए जब आप क्वेश्चन पूछ रहे होते हैं. Okay, sure, ma'am. Yeah, so that we may get to know that. Yeah, please. जी. यस मैम, जैसे मेरा मैम फैमिली से ही एक्सपीरियंस रहा है कि जो मतलब कोई भी अगर फैमिली में ये लेता है तो सबसे पहले जो फैमिली मेंबर्स होते हैं, स्पेशली जो मदर्स होती हैं, तो वो उनको बड़ा कवर अप करने की कोशिश करती है कि नहीं मेरा बेटा ये नहीं करता, उसको बड़ा सेफ करती है, जो कि बहुत ही बड़ा बिग रीजन बन जाता है, बच्चे को बढ़ावा मिल जाता है इस चीज के, इसके पीछे। तो मतलब उनकी काउंसलिंग कैसे कर सकते हैं कि वो अपने बच्चे को इसके लिए प्रोटेक्ट ना करें, इवन वो उसके फादर को ये बताएं कि यस ये गलत ये कर रहा है, तो हमें इसको इसके लिए कैसे प्रोटेक्ट करना है? बेटा देखो, सबसे पहले तो ये है ना कि आप लोगों को पहुंचना पड़ेगा एक साइकियाट्रिस्ट के पास, ठीक है? फिर साइकियाट्रिस्ट और साइकोलॉजिस्ट वो साथ में मिलके करते हैं। अब जाना तो खुद ही पड़ेगा, ठीक है ना? सो कुछ भी ऐसा हो तो जो बाकी फैमिली मेंबर्स है, अगर किसी और को भी पता है तो दे शुड टेक देम वंस टू अ साइकियाट्रिस्ट और अ साइकोलॉजिस्ट सो दैट ਉਹ ਦੀ ਮਦਰ ਨੂੰ ਇਹ ਸਮਝਾ ਸਕਣ ਵੀ ਇਹ ਫਾਦਰ ਤੋਂ ਛੁਪਾਉਣ ਵਾਲੀ ਗੱਲ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਲੇਡੀਜ਼ ਏਦਾਂ ਕਰਦੀਆਂ, ਮੇਰਾ ਬੱਚਾ ਤਾਂ ਕਰ ਹੀ ਨਹੀਂ ਸਕਦਾ, ਸੋ ਪਾਪਾ ਨੂੰ ਦੱਸਣ ਹੀ ਨਹੀਂ ਦਿੰਦੀਆਂ। ਜਦੋਂ ਤੱਕ ਪਿਓ ਤੱਕ ਗੱਲ ਪਹੁੰਚਦੀ ਹੈ ਉਦੋਂ ਤੱਕ ਗੱਲ ਬਹੁਤ ਜ਼ਿਆਦਾ ਵਿਗੜ ਚੁੱਕੀ ਹੁੰਦੀ ਹੈ। ਉਹ ਮਦਦ ਵੀ ਕਰ ਦਿੰਦੀ ਹੈ, ਮੇਰਾ ਬੱਚਾ ਤੜਫ ਰਿਹਾ, ਮੈਂ ਪੈਸੇ ਦੇ ਦਾਂ ਇਹਨੂੰ। ਸੋ ਇਹ ਚੀਜ਼ ਤੋਂ ਬਚਾਉਣ ਲਈ ਇਹ ਹੈ ਵੀ ਜਿੰਨੀ ਜਲਦੀ ਜਾ ਸਕੋ ਉਨੇ ਜਲਦੀ ਵਧੀਆ ਇਲਾਜ ਸੰਭਵ ਹੈ। Yes, thank you. Thanks, Vandana. Yeah, for interacting and participating actively in the webinar. We will take one last question, and after that we will move ahead. Raman Preet Kaur wants to ask. Raman, please unmute yourself and ask your question. And but before that, I would request you to switch on to your video as well. Raman, yeah, please unmute yourself. जी मैम, हमारा क्वेश्चन ये है कि जैसे आज के टाइम में हम देख रहे हैं भी कोई भी सुनने को सुनता नहीं है, जो अगर कोई सही वे दिखा भी रहा है तो उससे कैसे डील कर सकते हैं? भी जो ड्रग्स वगैरह लेते हैं वो किसी के पास सुनने को रेडी नहीं होते, तो उससे कैसे डील कर सकते हैं? बेटा देखो, सुनने को रेडी किस वे में नहीं होते कि नशा नहीं ले रहे हैं या ऐसे है। फिर तो ये है बेटा, कई बार ऐसा है कि अगर कई बार होता है पेशेंट नहीं मानते हम ले रहे हैं, सो उसके लिए ड्रग टेस्ट अवेलेबल होता है। सो हम उसका ड्रग टेस्ट करा सकते हैं कि ठीक है आप नहीं ले रहे, हम ड्रग टेस्ट करा लेते हैं, आपका है नहीं है तो इट्स ओके। लेकिन जब वो ड्रग टेस्ट करा लेते हैं और डॉक्टर के पास पहुंच जाते हैं तो धीरे धीरे वो अपने ही आप ही मान जाते हैं, क्योंकि तब उनको लगता है कि हाँ कुछ सही रास्ता दिख रहा है, कोई अब मेरी बात बन सकती है। So thank you everyone for asking questions from ma'am and making the section more interactive. We always try कि ਜਿਹੜੇ sessions ਅਸੀਂ organize ਕਰਦੇ ਹਾਂ ਉਹ monologue ਨਾ ਰਹੇ, ਉਹ ਹਮੇਸ਼ਾ dialogue ਰਹੇ, और दो like resource persons जो ਅਸੀਂ
बहुत ਵਧੀਆ ਵਧੀਆ ਰਿਸੋਰਸ ਪਰਸਨਸ ਤੁਹਾਡੇ ਲਈ ਲੱਭ ਕੇ ਲਿਆਨੇ ਆ when I tried to contact Dipali ma'am in just one go ਇੱਕ single call ਤੇ ਉਹਨਾਂ ਨੇ yes ਕਿਹਾ ਕਿ she'll do it and she was ready to interact with you people. So there are so many questions coming up, yes, but then maybe we can answer them in the I'll forward the questions to ma'am. And yeah, you can mail me. She'll definitely be happy to answer. Yeah, definitely. So moving ahead, as I had already announced that today's webinar was organized in collaboration with KC School of Management and Computer Applications. ਤਾਂ ਉੱਥੇ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਮਿਸਟਰ ਅੰਕੁਸ਼ ਨਿਝਾਵਨ ਸਾਡੇ ਵਿੱਚ ਮੌਜੂਦ ਨੇ। ਮੈਂ ਰਿਕੁਐਸਟ ਕਰਾਂਗੀ ਹੁਣ ਸਰ ਨੂੰ ਟੂ ਪ੍ਰਪੋਜ਼ ਵੋਟ ਆਫ ਥੈਂਕਸ। ਸਰ ਪਲੀਜ਼। ਅੰਕੁਸ਼ ਸਰ। Anji, I think, yes, sir. Yes, sir, please unmute yourself. Ji. Yes, ma'am. First of all, I would like to thank Roots NGO for making us a part of this webinar. After that, I would like to thank Dr. Dipali, who shares their valuable views with us and our students. The whole session is very knowledgeable, and we have learned a lot from this session. And मैं आस करदा हाँ कि आने वाले दिनों दे विच भी सानू रूट्स NGO वालों जेडे भी प्रोग्राम्स होंगे उदा पार्ट बनने दा मौका मिलेगा। ते जे नशियां दी गल जेडी भी आपां इस वेबिनार दे विच कीती है तां मैं समझदा हाँ कि जेडे लोग नशा करदे हन वो अपना नुकसान तो करते ने, नाल दी नाल दूसरिਆਂ ਨੂੰ भी लै डुबदे ने। ਤਾਂ ਸਾਡਾ ਸਾਰਿਆਂ ਦਾ ਇਹੀ ਟੀਚਾ ਹੋਣਾ ਚਾਹੀਦਾ ਹੈ ਕਿ ਜਿੰਨੇ ਵੀ ਲੋਕ ਨਸ਼ਿਆਂ ਦੇ ਵਿੱਚ ਫਸ ਚੁੱਕੇ ਹਨ ਉਹਨਾਂ ਨੂੰ ਤਾਂ ਅਸੀਂ ਬਚਾਈਏ ਹੀ, ਨਾਲ ਦੀ ਨਾਲ ਜਿਹੜੇ ਹਜੇ ਇਸ ਦਲਦਲ ਵਿੱਚ ਨਹੀਂ ਫਸੇ ਜਾਂ ਨਹੀਂ ਗਏ ਉਹਨਾਂ ਨੂੰ ਜਾਗਰੂਕ ਕਰੀਏ ਤਾਂ ਕਿ ਉਹ ਨਸ਼ਿਆਂ ਵੱਲ ਨੂੰ ਜਾਣ ਹੀ ਨਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਰੂਟਸ NGO ਦਾ ਤੇ ਡਾਕਟਰ ਦੀਪਾਲੀ ਜੀ ਦਾ। ਥੈਂਕ ਯੂ। Thanks a lot, sir. And I assure you that in future events as well, we would love to collaborate with you people. Thanks for your support, and thanks for making students participate in the event. And at the same time, I extend my heartfelt thanks to Dr. Dipali Gul for accepting our invitation and for joining us today and for sharing her sheer knowledge with the students. Last but not the least, I would thank all my participants ਜਿਹੜੇ ਸਾਡੇ ਨਾਲ voluntarily ਜੁੜੇ ਹੋਏ ਨੇ ਜਾਂ ਫਿਰ ਵੈਸੇ ਵੀ ਮੈਂਬਰ ਬਣੇ ਹੋਏ ਆ ਸਾਡੇ ਕੁਝ ਗਰੁੱਪਸ ਦੇ। And there was very active one person who had joined us today, Jashanpreet. He has given so many suggestions. I would request him to be part of us, and then we will definitely work on the suggestions he has given us. एक announcement ਲਈ ਬੱਚਿਆਂ ਨੂੰ ਮੈਂ ਰੋਕ ਕੇ ਰੱਖਿਆ ਹੋਇਆ ਸੀਗਾ। ਉਹ announcement ਇਹ ਹੈ ਕਿ 28th of June ਨੂੰ ਯਾਨੀ ਕਿ Monday 5 ਵਜੇ Roots for Being ਇੱਕ ਵਰਕਸ਼ਾਪ ਆਰਗੇਨਾਈਜ਼ ਕਰ ਰਿਹਾ ਹੈ। ਖਾਸ ਕਰਕੇ ਉਹ ਸਾਡੇ ਵੋਲੰਟੀਅਰਸ ਦੇ ਲਈ ਸੀ, ਪਰ ਫਿਰ ਅਸੀਂ ਸੋਚਿਆ ਕਿ ਇਟ ਸ਼ੁੱਡ ਬੀ ਓਪਨ ਟੂ ਆਲ ਦ ਪਾਰਟਿਸਿਪੈਂਟਸ ਜਿਹੜੇ ਵੀ ਸਾਨੂੰ ਜੁਆਇਨ ਕਰਨਾ ਚਾਹਣ। ਇਹ ਵਰਕਸ਼ਾਪ ਜਿਹੜੀ ਹੈ ਉਹ ਹੈ ਬਾਇਓ ਐਂਜ਼ਾਈਮਸ ਬਣਾਉਣ ਦੇ ਬਾਰੇ। ਅਸੀਂ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਕੈਮੀਕਲਸ ਯੂਜ਼ ਕਰਦੇ ਹਾਂ, ਸਟਾਰਟਿੰਗ ਫਰੋਮ ਡਿਸ਼ਵਾਸ਼ਰ ਟੂ ਟਾਇਲਟ ਕਲੀਨਰ, ਹਾਰਪਿਕ ਤੱਕ ਸਭ ਕੁਝ ਕੈਮੀਕਲਸ। ਆਪਣੀ ਬੋਡੀ ਤੇ ਅਸੀਂ ਬਹੁਤ ਸਾਰੇ ਕੈਮੀਕਲਸ ਜਿਹੜੇ ਹੈ ਯੂਜ਼ ਕਰਦੇ ਹਾਂ। So ਉਹਨਾਂ ਤੋਂ just to get rid of those chemicals, we will teach you people that how to make bioenzymes at home, and then you will be able to convert them into this floor cleaner, toilet cleaner, and then your dishwasher,
ਸੋ ਉਹਨਾਂ ਤੋਂ ਤੁਸੀਂ ਬਹੁਤ ਕੁਝ ਬਣਾਉਣਾ ਸਿੱਖ ਪਾਓਗੇ। ਇੱਕ ਦਿਨ ਦੀ ਵਰਕਸ਼ਾਪ ਹੈ। ਸਾਡੇ ਕਾਫੀ ਰਿਨਾਊਂਡ ਰਿਸੋਰਸ ਪਰਸਨ ਹੈ ਮਿਸਟਰ ਸ਼੍ਰੀਕਾਂਤ from Tamil Nadu. He has specially accepted our request to interact with you people, ताकि पंजाब ਨੂੰ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਕੈਮੀਕਲ ਫ੍ਰੀ ਬਣਾ ਸਕੀਏ, ताकि ਅਸੀਂ ਕਿਉਂਕਿ ਬਹੁਤ ਕੁਝ ਹੈ ਜਿਹੜਾ ਸੁਧਾਰਨ ਵਾਲਾ ਹੈ। ਸੋ ਇਹ ਇੱਕ ਸਟੈਪ ਹੈ। ਇਸ ਦਾ ਲਿੰਕ ਜਿਹੜਾ ਹੈ ਉਹ ਸਾਡੇ ਵੈਬਸਾਈਟ ਦੇ ਉੱਪਰ ਹੈ ਇਸ ਵੇਲੇ www.rootsforbeing.org. whosoever wants to join that workshop may fill the registration form. और मैं दसना चाहांगी कि इस वेबिनार ਦੇ ਵੀ ई ਸਰਟੀਫਿਕੇਟਸ ਜਿਹੜੇ ਹੈ ਉਹ ਸਾਰੇ ਸਟੂਡੈਂਟਸ ਨੂੰ ਬਹੁਤ ਜਲਦੀ ਜਿਹੜੇ ਈਮੇਲ ਆਈਡੀਜ਼ ਉਹਨਾਂ ਨੇ ਸੈਂਡ ਕੀਤੀਆਂ ਸਾਨੂੰ ਆਪਣੇ ਰਜਿਸਟ੍ਰੇਸ਼ਨ ਫਾਰਮ ਦੇ ਵਿੱਚ ਉਹਦੇ ਤੇ ਭੇਜ ਦਿੱਤੇ ਜਾਣਗੇ। So thanks once again everyone for joining us today, and I hope ਤੁਸੀਂ ਇੱਥੋਂ ਮੈਸੇਜ ਲੈ ਕੇ ਜਾਓਗੇ ਅੱਜ ਕਿ ਅਸੀਂ ਆਪਣੇ ਆਲੇ ਦੁਆਲੇ ਜੋ ਕੁਝ ਵੀ ਡਾਕਟਰ ਦੀਪਾਲੀ ਨੇ ਸਾਨੂੰ ਅੱਜ ਦੱਸਿਆ ਉਹਨੂੰ ਕਿਤੇ ਨਾ ਕਿਤੇ ਇੰਪਲੀਮੈਂਟ ਕਰਕੇ ਅਗਰ ਅਸੀਂ ਇੱਕ ਲਾਈਫ ਵੀ ਸੁਧਾਰ ਦਾਂਗੇ ਤਾਂ ਸਾਡਾ ਜਿਹੜਾ ਮੋਟਿਵ ਹੈ ਉਹ ਸੌਟ ਆਊਟ ਹੋ ਜਾਏਗਾ। ਵੋਲੰਟੀਅਰਲੀ ਸਾਨੂੰ ਜੁਆਇਨ ਕਰਨ ਦੇ ਲਈ ਲਿੰਕ ਜਿਹੜਾ ਹੈ ਉਹ ਚੈਟ ਬਾਕਸ ਦੇ ਵਿੱਚ ਪਾਇਆ ਹੈ, ਔਰ ਨਾਲ ਦੀ ਨਾਲ ਫੀਡਬੈਕ ਲਿੰਕ ਵੀ ਹੈ ਇਸ ਵੈਬਿਨਾਰ ਦਾ। ਸੋ ਤੁਸੀਂ ਵੈਬਿਨਾਰ ਦੇ ਬਾਰੇ ਆਪਣਾ ਫੀਡਬੈਕ ਔਰ ਜਿਹੜਾ ਅਗਰ ਤੁਸੀਂ ਸਾਨੂੰ ਐਜ਼ ਅ ਵੋਲੰਟੀਅਰ ਜੁਆਇਨ ਕਰਨਾ ਚਾਹੁੰਦੇ ਹੋ ਤੇ ਆਪਣੀ ਲੋਕੈਲਿਟੀ ਦੇ ਵਿੱਚ ਰਹਿੰਦੇ ਹੋਏ ਕੰਮ ਕਰਨਾ ਚਾਹੁੰਦੇ ਹੋ ਸਾਡੇ ਨਾਲ, ਤਾਂ ਤੁਸੀਂ ਸਾਨੂੰ ਐਜ਼ ਵੋਲੰਟੀਅਰ ਵੀ ਜੁਆਇਨ ਕਰ ਸਕਦੇ ਹੋ। ਸੋ ਵਨਸ ਅਗੇਨ ਥੈਂਕ ਯੂ ਵੈਰੀ ਮਚ। ਥੈਂਕਸ ਅ ਲੋਟ। ਗੁੱਡ ਨਾਈਟ।